ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇਹ। ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇਹ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ। ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ। ਨੇਤ ਨੇਤ ਬਨ ਤ੍ਰਿਨ ਕਹਿਤ। ਤਵੈ ਸਰਬ ਨਾਮ ਕਥੈ ਕਵਣ। ਕਰਮ ਨਾਮ ਬਰਣਤ ਸੁਮਤ। ਪਹਿਲਾ ਮਰਨ ਕਬੂਲ ਜੀਵਨ ਕੀ ਛਾਡ ਆਸ। ਹੋ ਸਭਨਾ ਕੀ ਰੇਨੁਕਾ ਤਉ ਆਉ ਹਮਾਰੇ ਪਾਸ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਘਰ ਦੂਜਾ ਚੌਪਦੇ। ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਏਕ ਪਿਤਾ ਏਕਸ ਕੇ ਹਮ ਬਾਰਿਕ। ਤੂੰ ਮੇਰਾ ਗੁਰ ਹਾਈ। ਸੁਣ ਮੀਤਾ ਜੀਉ ਹਮਾਰਾ ਬਲ ਬਲ ਜਾਸੀ। ਹਰ ਦਰਸ਼ਨ ਦੇਹੁ ਦਿਖਾਈ। ਸੁਣ ਮੀਤਾ ਧੂਰੀ ਕੋ ਬਲ ਜਾਈ। ਇਹੋ ਮਨ ਤੇਰਾ ਭਾਈ ਰਹਾਉ। ਪਾਵ ਮਲੋਆ ਮਲ ਬਲ ਧੋਆ। ਇਹੋ ਮਨ ਤੈ ਕੂਦੇਸਾ। ਸੁਣ ਮੀਤਾ ਹਉ ਤੇਰੀ ਸਰਣਾਈ ਆਇਆ। ਪ੍ਰਭ ਮਿਲੋ ਦੇਹੁ ਉਪਦੇਸਾ। ਮਾਨ ਨਾ ਕੀਜੈ ਸਰਣ ਪਰੀਜੈ। ਕਰੈ ਸੋ ਭਲਾ ਮਨਾਈਐ। ਸੁਣ ਮੀਤਾ
ਜੀਉ ਪਿੰਡ ਸਭ ਤਨ ਅਰਪੀਜੈ। ਇਉ ਦਰਸ਼ਨ ਹਰ ਜੀਉ ਪਾਈਐ। ਭਇਓ ਅਨੁਗ੍ਰਹ ਪ੍ਰਸਾਦ ਸੰਤਨ ਕੈ। ਹਰ ਨਾਮਾ ਹੈ ਮੀਠਾ। ਜਨ ਨਾਨਕ ਕੋ ਗੁਰ ਕਿਰਪਾ ਧਾਰੀ। ਸਭ ਅਕੁਲ ਨਿਰੰਜਨ ਡੀਠਾ। ਭਇਓ ਅਨੁਗ੍ਰਹ ਪ੍ਰਸਾਦ ਸੰਤਨ ਕੈ। ਹਰ ਨਾਮਾ ਹੈ ਮੀਠਾ। ਜਨ ਨਾਨਕ ਕੋ ਗੁਰ ਕਿਰਪਾ ਧਾਰੀ। ਸਭ ਅਕੁਲ ਨਿਰੰਜਨ ਡੀਠਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਹਲਤ ਪਲਤ ਦੇ ਰਖਿਅਕ, ਬਾਣੀ ਕੇ ਬੋਹਿਥ, ਨਾਮ ਦੇ ਸੋਮੇ, ਗਿਆਨ ਸਵਰੂਪ ਹਾਜ਼ਰਾ ਹਜੂਰ ਜਾਹਰਾ ਜਹੂਰ। ਸਰਬ ਕਲਾ ਭਰਪੂਰ ਸਰਬਰੇ ਕਾਇਨਾਤ। ਕੁੱਲ ਕਾਇਨਾਤ ਦੇ ਸਾਂਝੇ ਰਹਿਬਰ, ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਹਜੂਰ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ। ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਮੁਕੱਦਸ ਚਰਨਾਂ ਦੇ ਵਿੱਚ ਨਤਮਸਤਕ ਹੋ ਕਰਕੇ ਆਪਣੇ ਜੀਵਨ ਦੇ ਅਮੋਲਕ ਪਲ, ਇਹਨਾਂ ਘੜੀਆਂ ਨੂੰ ਸਫਲਿਆਂ ਬਣਾਉਣ ਦਾ ਯਤਨ ਕਰ ਰਹੇ ਹਾਂ। ਆਓ ਗੁਰੂ ਸਾਰਿਓ, ਅੱਜ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ, ਉਹਨਾਂ ਦਾ ਸ਼ਹੀਦੀ ਦਿਹਾੜਾ, ਨਾਨਕ ਨਾਮ ਲੇਵਾ ਸਿੱਖ ਸੰਗਤਾਂ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਪਰਸੋਂ ਰੋਜ਼ ਤੋਂ ਸਤਿਗੁਰਾਂ ਦੀ ਪਾਵਨ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਕੇ ਉਹਨਾਂ ਦੀ ਸ਼ਹਾਦਤ, ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਸਿੰਘ, ਉਹਨਾਂ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਕਰਨ ਵਾਸਤੇ ਅਤੇ ਸਭ ਤੋਂ ਛੋਟੀ ਉਮਰ ਦੇ ਬਾਬਾ ਬੰਦਾ ਸਿੰਘ ਬਹਾਦਰ ਜੀਆਂ ਦੇ ਸਪੁੱਤਰ ਬਾਬਾ ਅਜੈ ਸਿੰਘ, ਜੋ 4 ਸਾਲ ਪੌਣੇ 4 ਸਾਲ ਦੀ ਆਯੂ ਦੇ ਨੇ, ਔਰ ਉਹਨਾਂ ਦੀ ਸ਼ਹਾਦਤ ਵੀ ਹੁੰਦੀ ਹੈ। ਉਹਨਾਂ ਮਰਜੀਵੜਿਆਂ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਕਰਨ ਵਾਸਤੇ ਆਪਾਂ ਸਾਰੇ ਹੀ ਸਤਿਗੁਰਾਂ ਦੇ ਮੁਕੱਦਸ ਚਰਨਾਂ ਵਿੱਚ ਇਕੱਤਰ ਹੋਏ ਹਾਂ। ਆਓ ਗੁਰੂ ਸਵਾਰਿਓ, ਬਾਬਾ ਬੰਦਾ ਸਿੰਘ ਬਹਾਦਰ ਜਿੱਥੇ ਇੱਕ ਮਹਾਨ ਜਰਨੈਲ, ਇੱਕ ਸੈਨਾਪਤੀ, ਉੱਥੇ ਸਮਾਜਿਕ ਸੁਧਾਰਕ ਤੇ ਉਹਨਾਂ ਨੇ ਹੋਰ ਬਹੁਤ ਸਾਰੇ ਕਾਰਜ ਸਿੱਖ ਪੰਥ ਦੇ ਲਈ, ਜਾਂ ਸਮਾਜ ਇਸ ਦੁਨਿਆਵੀ ਲੋਕਾਂ ਲਈ ਜ਼ਿਮੀਂਦਾਰਾ ਪ੍ਰਥਾ ਖਤਮ ਕਰਕੇ ਉਹਦੇ ਵਿੱਚ ਹਰ ਇੱਕ ਕਾਸ਼ਤਕਾਰ ਨੂੰ ਆਪਣਾ ਜਿਹੜਾ ਸੀ ਰੁਜ਼ਗਾਰ, ਆਪਣਾ ਹੱਕ ਜਿਹੜਾ ਹੈ, ਉਹ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਾਨੂੰ ਦਿਵਾਉਣਾ ਕੀਤਾ ਹੈ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦਾ ਇਹ ਦਿਹਾੜਾ ਹੈ। ਭਾਵੇਂ ਕਿ ਇਹ ਦਿਨ ਜਿਹੜਾ ਹੈ
ਅੰਗਰੇਜ਼ੀ ਮਹੀਨਿਆਂ ਦੇ ਮੁਤਾਬਕ ਬਦਲਦਾ ਜਾ ਰਿਹਾ ਹੈ। ਔਰ ਇਹ ਦਿਹਾੜਾ ਜਿਹੜਾ ਸੀ 1716 ਦੇ ਵਿੱਚ 9 ਜੂਨ ਤੱਕ, 9 ਤੋਂ 10 ਜੂਨ ਇਹ ਦਿਨ ਸੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੁੰਦੀ ਹੈ। ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਦੇ ਵੱਖ-ਵੱਖ ਨਾਮ ਇਤਿਹਾਸਕਾਰਾਂ ਨੇ ਵੱਖ-ਵੱਖ ਸਰੋਤਾਂ ਦੇ ਅਨੁਸਾਰ ਉਹਨਾਂ ਦੇ ਵੱਖ-ਵੱਖ ਨਾਮ ਦੱਸੇ। ਬਚਪਨ ਦਾ ਨਾਮ ਜਿਹੜਾ ਹੈ, ਉਹਨਾਂ ਦਾ ਬਚਪਨ ਦਾ ਨਾਮ ਜਿਹੜਾ ਸੀ ਲਛਮਣ ਦਾਸ ਕਹਿ ਦਈਏ। ਉਹਨਾਂ ਦੇ ਮਾਤਾ ਜੀ ਮਾਤਾ ਸੁਲੱਖਣੀ ਜੀ, ਪਿਤਾ ਰਾਮਦੇਵ ਜੀ। ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਜਿਹੜਾ ਕੱਤਕ ਸੂਦੀ 13 ਸੰਮਤ 1727 ਬਿਕਰਮੀ, ਜਿਹਦੇ ਮੁਤਾਬਕ 16 ਅਕਤੂਬਰ 1670 ਈਸਵੀ ਬਣਦਾ ਹੈ। ਤੇ ਬਾਬਾ ਜੀਆਂ ਦਾ ਜਨਮ ਜਿਹੜਾ ਹੈ ਰਜੌਰੀ ਵਿੱਚ, ਜ਼ਿਲ੍ਹਾ ਪੁੰਛ, ਜੰਮੂ ਕਸ਼ਮੀਰ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਹੈ। ਔਰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹਾਦਤ ਜਿਹੜੀ ਉਹ ਦਿੱਲੀ ਵਿੱਚ ਹੁੰਦੀ, ਜਨਮ ਜਿਹੜਾ ਹੈ ਉਹ ਜੰਮੂ ਤੇ ਕਸ਼ਮੀਰ ਦੇ ਰਜੌਰੀ ਨਗਰ ਦੇ ਵਿੱਚ ਪੁੰਛ ਜ਼ਿਲ੍ਹੇ ਵਿੱਚ ਹੁੰਦਾ ਹੈ। ਹੁਣ ਇੱਥੇ ਇੱਕ ਵਿਚਾਰਨਯੋਗ ਇਹ ਵੀ ਗੱਲ ਹੈ ਕਿ ਜਦੋਂ ਔਰੰਗਜ਼ੇਬ ਨੇ ਕਸ਼ਮੀਰ ਦੇ ਪੰਡਤ ਜਿਹੜੇ ਸਨ, ਇਹਨਾਂ ਕਸ਼ਮੀਰੀ ਪੰਡਤਾਂ 'ਤੇ ਤਸ਼ੱਦਦ ਕਰਦਿਆਂ ਹੋਇਆਂ ਇਹਨਾਂ ਨੂੰ ਜਬਰੀ ਜਿਹੜਾ ਸੀ ਮੁਸਲਿਮ ਧਰਮ ਜਿਹੜਾ ਹੈ ਉਹਨੂੰ ਅਪਣਾਉਣ ਵਾਸਤੇ ਜਬਰੀ ਉਹਨਾਂ ਦੇ ਜੰਜੂ ਲਹਾ ਕੇ ਮੁਸਲਿਮ ਧਰਮ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਇਤਿਹਾਸਕਾਰ ਵੱਖ-ਵੱਖ ਸਰੋਤਾਂ ਅਨੁਸਾਰ ਕਹਿੰਦੇ ਵੀ ਉਹਨਾਂ ਦੇ ਵਿੱਚ ਜਿਹੜੇ ਭਾਈ ਰਾਮਦੇਵ ਜੀ, ਇਹ ਵੀ ਇੱਕ ਐਸੇ ਸਨ, ਇਸ ਪਰਿਵਾਰ ਵਿੱਚੋਂ ਸਨ ਜਿਹੜੇ ਕਸ਼ਮੀਰੀ ਪੰਡਤਾਂ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਆਪਣੀ ਫਰਿਆਦ ਲੈ ਕੇ ਆਉਂਦੇ ਨੇ। ਉਸ ਤੋਂ ਬਾਅਦ ਕੀ ਹੁੰਦਾ ਵੀ ਕਹਿੰਦੇ ਵੀ ਜਿਹੜੇ ਇਹ ਕਸ਼ਮੀਰੀ ਪੰਡਤ ਸਨ, ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਕਹਿ ਦਿੱਤਾ ਸੀ ਵੀ ਔਰੰਗਜ਼ੇਬ ਨੂੰ ਜਾ ਕੇ ਕਹਿ ਦਿਓ ਕਿ ਗੁਰੂ ਤੇਗ ਬਹਾਦਰ ਸਾਹਿਬ ਸਾਡੇ ਗੁਰੂ ਨੇ, ਸਾਡੇ ਰਹਿਬਰ ਨੇ, ਜੇ ਉਹ ਮੁਸਲਿਮ ਧਰਮ ਅਪਣਾਉਂਦੇ ਤੇ ਅਸੀਂ ਵੀ ਅਪਣਾ ਲਵਾਂਗੇ। ਔਰੰਗਜ਼ੇਬ ਨੂੰ ਜਦੋਂ ਇਹ ਸਾਰਾ ਕੁਝ ਦੱਸਣ ਤੋਂ ਬਾਅਦ ਜਿਹੜੇ ਇਹ ਕੁਝ ਬ੍ਰਾਹਮਣ ਲੋਕ ਸਨ ਜਾਂ ਕਸ਼ਮੀਰ ਦੇ ਪੰਡਤ ਆਏ, ਇਹਨਾਂ ਦੇ ਵਿੱਚੋਂ ਬਹੁਤਾਤ ਐਸੇ ਪਰਿਵਾਰ ਸਨ ਜਿਨ੍ਹਾਂ ਨੇ ਸਿੱਖੀ ਨੂੰ ਧਾਰਨ ਕਰ ਲਿਆ ਸੀ, ਭਾਵੇਂ ਕਿ ਉਹ ਪਹਿਲਾਂ ਸਹਿਜਧਾਰੀ ਸਿੱਖ ਸਨ। ਉਸ ਤੋਂ ਬਾਅਦ ਉਹਨਾਂ ਨੇ ਸਿੱਖੀ ਨੂੰ ਧਾਰਨ ਕਰ ਲਿਆ ਸੀ, ਸਿੱਖ ਧਰਮ ਨੂੰ ਅਪਣਾ ਲਿਆ ਸੀ ਉਹਨਾਂ ਨੇ। ਤੇ ਇਤਿਹਾਸ ਦੇ ਵਿੱਚ ਇਹ ਵੀ ਆਇਆ ਵੀ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਇਹਨਾਂ ਦੇ ਵੱਡੇ ਵਡੇਰੇ ਆਏ, ਇਹਨਾਂ ਦੇ ਪਿਤਾ ਜੀ ਆਏ। ਉਸ ਤੋਂ ਬਾਅਦ ਕੀ ਹੁੰਦਾ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਜਦੋਂ ਬਾਬਾ ਬੰਦਾ ਸਿੰਘ ਜੀ, ਜਿਨ੍ਹਾਂ ਨੂੰ ਲਛਮਣ ਦਾ ਦੇਵ ਜਾਂ ਲਛਮਣ ਦਾਸ ਕਿਹਾ, ਉਹ ਥੋੜ੍ਹੇ ਵੱਡੇ ਹੋਏ ਤੇ ਉਹ ਪੌਂਟਾ ਸਾਹਿਬ ਦੀ ਪਾਵਨ ਧਰਤੀ 'ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕੀਤੇ ਨੇ ਉਹਨਾਂ ਨੇ, ਪੌਂਟਾ ਸਾਹਿਬ ਦੀ ਪਾਵਨ ਧਰਤੀ 'ਤੇ। ਬਚਪਨ ਤੋਂ ਲੈ ਕੇ ਹੀ ਇਹਨਾਂ ਦੇ ਮਨ ਵਿੱਚ ਗੁਰਮਤਿ ਦੇ ਪ੍ਰਤੀ ਖਿਆਲ, ਚਲੋ ਕੁਝ ਐਸੀਆਂ ਜਿਹੜੀਆਂ ਇਹਨਾਂ ਜੀਵਨ ਦੇ ਨਾਲ ਘਟਨਾਵਾਂ ਜੁੜੀਆਂ ਨੇ, ਲਛਮਣ ਦਾਸ ਤੋਂ ਮਾਧੋ ਦਾਸ ਤੱਕ ਬਣਨ ਤੱਕ ਦਾ ਜਿਹੜਾ ਉਹਨਾਂ ਦਾ ਸਫ਼ਰ ਸੀ। ਬਾਬਾ ਬੰਦਾ ਸਿੰਘ ਬਹਾਦਰ ਪਹਿਲਾਂ ਲਛਮਣ ਦਾਸ ਦੇ ਨਾਮ ਦੇ ਨਾਲ ਜਾਣੇ ਜਾਂਦੇ ਨੇ। ਪਿਤਾ ਜੀ ਖੇਤੀ ਦਾ ਕੰਮ ਕਰਦੇ ਨੇ। ਉਹਨਾਂ ਨੂੰ ਘੋੜ ਸਵਾਰੀ ਦਾ ਵੀ ਬੜਾ ਸ਼ੌਂਕ ਸੀ, ਘੋੜ ਸਵਾਰੀ ਕਰਨੀ, ਨਿਸ਼ਾਨੇਬਾਜ਼ੀ ਕਰਨੀ, ਸ਼ਿਕਾਰ ਕਰਨਾ। ਇਹਨਾਂ ਦੇ ਜੀਵਨ ਵਿੱਚ ਇੱਕ ਐਸੀ ਘਟਨਾ ਆਉਂਦੀ ਜਿਹੜੀ ਹਿਰਨੀ ਵਾਲੀ ਘਟਨਾ ਆਉਂਦੀ ਵੀ ਹਿਰਨੀ ਦਾ ਸ਼ਿਕਾਰ ਕਰ ਲੈਣਾ। ਹਿਰਨ ਗਰਭਵਤੀ ਸੀ, ਉਹਦੇ ਪੇਟ ਦੇ ਵਿੱਚੋਂ ਇਹਨਾਂ ਦੀ ਅੱਖਾਂ ਦੇ ਸਾਹਮਣੇ
ਤੀਰ ਵੱਜਣ ਦੇ ਨਾਲ ਦੋ ਬੱਚੇ ਜਿਹੜੇ ਸਨ ਉਹ ਤੜਫਦੇ ਹੋਏ ਹਿਰਨ ਦੇ ਪੇਟ ਚੋਂ ਨਿਕਲ ਕੇ ਮਰ ਗਏ। ਲਛਮਣ ਦਾਸ ਇਸ ਹੈਰਾਨੀਜਨਕ ਕੌਤਕ ਨੂੰ ਵੇਖ ਕੇ ਜਦੋਂ ਦੋ ਬੱਚੇ ਉਹਦੇ ਸਾਹਮਣੇ ਮਰ ਜਾਂਦੇ ਤਾਂ ਉਹਦੇ ਜੀਵਨ ਨੂੰ ਉਹਨੂੰ ਝੰਜੋੜ ਕੇ ਰੱਖ ਦਿੱਤਾ, ਕਿਉਂਕਿ ਜੀਵਨ ਵਿੱਚ ਕਈ ਐਸੀਆਂ ਘਟਨਾਵਾਂ ਹੁੰਦੀਆਂ ਨੇ ਜਿਹੜੀਆਂ ਘਟਨਾਵਾਂ ਜੀਵਨ ਨੂੰ ਮੋੜ ਕੇ ਰੱਖ ਦਿੰਦੀਆਂ ਨੇ। ਕੁਝ ਐਸੇ ਹਾਲਾਤ ਬਣ ਜਾਂਦੇ ਨੇ ਜਿਹੜੇ ਜੀਵਨ ਨੂੰ ਇੱਕ ਪਾਸੇ ਤਰਫਾ ਕਰ ਦਿੰਦੇ ਨੇ। ਕੋਈ ਐਸੀਆਂ ਘਟਨਾਵਾਂ ਹੁੰਦੀਆਂ ਜਿਹੜੀਆਂ ਘਟਨਾਵਾਂ ਜੀਵਨ ਨੂੰ ਸਵਾਰ ਕੇ ਵੀ ਰੱਖ ਦਿੰਦੀਆਂ ਨੇ। ਲਛਮਣ ਦਾਸ ਜਿਹੜਾ ਸੀ ਉਹਨਾਂ ਨੇ ਅੱਗੇ ਤੋਂ ਸ਼ਿਕਾਰ ਨਾ ਖੇਡਣ ਦਾ ਪਰਨ ਕਰ ਲਿਆ ਵੀ ਅੱਜ ਤੋਂ ਬਾਅਦ ਜਿਹੜਾ ਸ਼ਿਕਾਰ ਨਹੀਂ ਖੇਡਿਆ ਜਾਣਾ। ਉਹਨਾਂ ਦੇ ਮਨ ਵਿੱਚ ਨਾ ਪਛਤਾਵਾ ਬੜਾ ਤੇ ਉਦਾਸੀਨਤਾ ਦੀ ਭਾਵਨਾ ਜਾਗ ਪਈ। ਉਦਾਸ ਬਣ ਗਏ। ਭਾਵਨਾ ਇੱਦਾਂ ਦੀ ਬਣ ਗਈ ਵੀ ਮੇਰੇ ਕੋਲੋਂ ਇੱਕ ਜੀਵ ਹੱਤਿਆ ਹੋ ਗਈ। ਇਹ ਮਨ ਦੇ ਖਿਆਲ ਨੇ, ਆਪਣੇ ਮਨ ਦੀ ਭਾਵਨਾ ਜਿੱਥੇ ਵੀ ਇਹਨੂੰ ਲਾ ਲਿਆ। ਇਸ ਤੋਂ ਬਾਅਦ ਉਹਨਾਂ ਨੇ ਫਿਰ ਤੀਰਥਾਂ 'ਤੇ ਘੁੰਮਣਾ ਆਉਣਾ ਜਾਣਾ ਸ਼ੁਰੂ ਕੀਤਾ। ਇਹ ਉਹਨਾਂ ਦੀਆਂ ਕੁਝ ਅਹਿਮ ਜਿਹੀਆਂ ਘਟਨਾ ਨੇ ਜੀਵਨ ਦੀਆਂ। ਭਾਵੇਂ ਕਿ ਇਤਿਹਾਸ ਵਿੱਚ ਇਹ ਵੀ ਆਇਆ ਵੀ ਉਹ ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਨੇ ਉਹ ਧੰਨ ਗੁਰੂ ਗੋਬਿੰਦ ਸਿੰਘ ਜੀਆਂ ਨੂੰ ਉਹਨਾਂ ਦੇ ਦਰਸ਼ਨ ਕਰ ਚੁੱਕੇ ਨੇ, ਕਿਉਂਕਿ ਇਹ ਪਰਿਵਾਰ ਜਿਹੜੇ ਸਨ ਉਸ ਤੋਂ ਬਾਅਦ ਸਿੱਖੀ ਨੂੰ ਧਾਰਨ ਕਰ ਚੁੱਕੇ ਸਨ। ਅਤੇ ਜਦੋਂ ਉਹਨਾਂ ਦਾ ਇਸ ਤਰ੍ਹਾਂ ਦੇ ਨਾਲ ਉਦਾਸੀਨ ਜਿਹਾ ਜਿਹੜਾ ਉਹਨਾਂ ਦਾ ਮਾਹੌਲ ਬਣ ਗਿਆ ਅਤੇ ਪਹਿਲੀ ਮੁਲਾਕਾਤ ਜਦੋਂ ਜਾਨਕੀ ਪ੍ਰਸਾਦ ਜਿਹੜੇ ਸਨ, ਉਹ ਸਾਧੂ ਸੰਤਾਂ ਦੇ ਟੋਲੇ ਜਿਹੜੇ ਆਉਂਦੇ ਸਨ ਭਾਰਤ ਵਿੱਚ ਤੀਰਥਾਂ 'ਤੇ ਘੁੰਮਣ ਆਇਆ ਕਰਦੇ ਸਨ, ਬਾਬਾ ਬੰਦਾ ਸਿੰਘ ਬਹਾਦਰ ਦੀ ਮੁਲਾਕਾਤ ਜਿਹੜੀ ਹੈ ਉਹ ਪਹਿਲਾਂ ਜਾਨਕੀ ਪ੍ਰਸਾਦ, ਫਿਰ ਸਾਧੂ ਰਾਮ ਦਾਸ ਅਤੇ ਫਿਰ ਔਗੜਨਾਥ, ਇਹਨਾਂ ਦੇ ਨਾਲ ਉਹਨਾਂ ਦੀ ਜਿਹੜੀ ਜਾਣ ਪਛਾਣ ਹੁੰਦੀ ਅਤੇ ਉਹਨਾਂ ਨੂੰ ਗੁਰੂ ਧਾਰਨ ਕਰਦੇ। ਜਾਨਕੀ ਪ੍ਰਸਾਦ ਨੇ ਉਹਨਾਂ ਦਾ ਨਾਮ ਜਾਂ ਲਛਮਣ ਦਾਸ ਤੋਂ ਫਿਰ ਬਦਲ ਕੇ ਮਾਧੋ ਦਾਸ ਰੱਖ ਦਿੱਤਾ ਸੀ। ਇਹ ਉਦਾਸੀ ਟੋਲੇ ਜਿਹੜੇ ਸਨ, ਜਿਸ ਤਰ੍ਹਾਂ ਤੀਰਥਾਂ 'ਤੇ ਇਸ਼ਨਾਨ ਕਰਨ ਆਉਣਾ, ਤੀਰਥਾਂ 'ਤੇ ਇਸ਼ਨਾਨ ਕਰਕੇ ਉਹ ਸਾਧੂਆਂ ਸੰਤਾਂ ਦੇ ਟੋਲੇ ਇਸ ਤਰ੍ਹਾਂ ਨਗਰਾਂ ਦੇ ਵਿੱਚ ਤੀਰਥ ਇਸ਼ਨਾਨਾਂ 'ਤੇ ਜਾਂਦੇ, ਅਤੇ ਜਾਨਕੀ ਦਾਸ ਜੀ ਨੇ ਇਹਨਾਂ ਦਾ ਨਾਮ ਬਦਲ ਕੇ ਜਿਹੜਾ ਸੀ ਉਹ ਰੱਖ ਦਿੱਤਾ ਸੀ ਮਾਧੋ ਦਾਸ। ਹੁਣ ਜਿਹੜੇ ਇਹ ਸਾਧੂ ਸੰਤ ਸਨ ਇਹ ਰਿੱਧੀਆਂ ਸਿੱਧੀਆਂ ਅਤੇ ਤਾਂਤਰਿਕ ਵਿਦਿਆ ਦੇ ਬੜੇ ਮਾਹਰ ਹੁੰਦੇ ਸਨ। ਤਾਂਤਰਿਕ ਵਿਦਿਆ ਜਿਹੜੇ ਜਿਵੇਂ ਜੋਗੀ ਔਗੜਨਾਥ ਨੇ ਮਾਧੋ ਦਾਸ ਨੂੰ ਯੋਗ ਦੇ ਕੁਝ ਗੁੱਝੇ ਸਾਧਨ ਭੇਦ ਦੱਸੇ। ਗੁੱਝੇ ਭੇਦ ਔਗੜਨਾਥ ਜੋਗੀ ਜਿਹੜਾ ਸੀ ਉਹਨੇ ਯੋਗ ਸਾਧਨਾਂ ਦੇ ਕੁਝ ਐਸੇ ਗੁੱਝੇ ਭੇਦ ਦੱਸੇ। ਉਹਨਾਂ ਗੁੱਝੇ ਭੇਦਾਂ ਦੇ ਨਾਲ ਵੱਖ-ਵੱਖ ਯਾਤਰਾ ਕਰਨ ਉਪਰੰਤ ਮਾਧੋ ਦਾਸ ਜੀ ਜਿਹੜੇ ਸਨ ਇਹਨਾਂ ਸਾਧੂ ਸੰਤਾਂ ਦੇ ਟੋਲਿਆਂ ਦੇ ਨਾਲ ਚੱਲਦੇ ਚੱਲਦੇ ਗੋਦਾਵਰੀ ਦੇ ਕੰਢੇ, ਜਿੱਥੇ ਅੱਜ ਪਾਵਨ ਸਥਾਨ ਨੰਦੇੜ ਸਾਹਿਬ, ਸੱਚਖੰਡ, ਸ੍ਰੀ ਹਜ਼ੂਰ ਸਾਹਿਬ, ਇਹ ਗੋਦਾਵਰੀ ਦੇ ਕੰਢੇ ਜਾ ਕੇ ਇਹਨਾਂ ਨੇ ਆਪਣਾ ਟਿਕਾਣਾ ਫਿਰ ਬਣਾ ਲਿਆ। ਜਦੋਂ ਗੋਦਾਵਰੀ ਦੇ ਕੰਢੇ ਰਹਿਣ ਲੱਗੇ ਉੱਥੇ ਇਹਨਾਂ ਦਾ ਨਾਂ ਜਿਹੜਾ ਸੀ ਨਾ ਜੀ, ਤਾਂਤਰਿਕ ਵਿਦਿਆ ਕੁਝ ਮਾਧੋ ਦਾਸ ਦੇ ਨਾਮ ਦੇ ਨਾਲ ਜਾਣੇ ਜਾਣ ਲੱਗੇ। ਇੱਕ ਵੱਖਰਾ ਜਿਹਾ ਡੇਰਾ ਇਹਨਾਂ ਦਾ, ਉੱਥੇ ਕੁਝ ਰਿੱਧੀਆਂ ਸਿੱਧੀਆਂ ਇਹਨਾਂ ਦੇ ਕੋਲ ਨੇ। ਇਹਨਾਂ ਦੇ ਡੇਰੇ ਵਿੱਚ ਜਾਂ ਇਹਨਾਂ ਦੇ ਕੋਲ ਕੋਈ ਛੇਤੀ ਡਰਦਾ ਉੱਥੇ ਆਇਆ ਨਹੀਂ ਕਰਦਾ। ਇੱਧਰੋਂ ਸਾਧ ਸੰਗਤ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਸ੍ਰੀ ਮੁਕਤਸਰ ਸਾਹਿਬ ਦੀ ਜੰਗ ਨੂੰ ਫਤਿਹ ਕੀਤਾ ਹੈ, ਮਾਲਵੇ ਦੇ ਨਗਰਾਂ ਵਿੱਚ ਵਿਚਰਦੇ ਹੋਏ ਮਹਾਰਾਜ ਸਾਹਿਬ ਜੀ ਇੱਥੇ ਤਲਵੰਡੀ ਸਾਬੋ ਆਏ ਨੇ। ਤਲਵੰਡੀ ਸਾਬੋ ਦੇ ਵਿੱਚ ਸਤਿਗੁਰਾਂ ਨੇ ਕੁਝ ਸਮਾਂ ਜਿਹੜਾ ਬਤੀਤ ਕੀਤਾ। ਇੱਥੇ ਭਾਈ ਡੱਲ ਸਿੰਘ ਜਿਹੜੇ ਨੇ ਉਹ ਵੀ ਇਸ ਗੱਲ ਦੀ ਗਵਾਹੀ ਹੈ। ਉਦੋਂ ਵੀ ਸਤਿਗੁਰੂ ਪਾਤਸ਼ਾਹ ਜੀ ਕੁਝ ਬਚਨ ਕਰਿਆ ਕਰਦੇ ਸਨ ਵੀ ਅਸੀਂ ਦੱਖਣ ਦੇਸ਼ ਨੂੰ ਜਾਣਾ ਹੈ। ਇੱਕ ਐਸਾ ਮਹਾਨ ਯੋਧਾ ਸੈਨਾਪਤੀ ਜਿਹੜਾ ਹੈ ਉਹ ਪੰਜਾਬ ਦੀ ਧਰਤੀ 'ਤੇ ਆਵੇਗਾ, ਅਤੇ ਪੰਜਾਬ ਦੀ ਧਰਤੀ 'ਤੇ ਆਣ ਕੇ ਇੱਥੇ ਜਿਹੜਾ ਅਤਿਆਚਾਰ ਹੋਇਆ, ਜਿਹਨੂੰ ਆਪਾਂ ਅਤਿਆਚਾਰ ਸਰਹੰਦ ਫਤਿਹਗੜ੍ਹ ਸਾਹਿਬ ਦੇ ਵਿੱਚ ਹੋਣਾ,
ਚਮਕੌਰ ਦੀ ਗੜੀ ਵਿੱਚ ਉਹਨਾਂ ਮਹਾਨ ਯੋਧਿਆਂ ਨੇ ਸ਼ਹਾਦਤਾਂ ਦੇ ਜਾਮ ਪੀਤੇ ਤੇ ਉੱਥੇ ਕੀ ਆਇਆ ਵੀ ਜਿਹੜੇ ਧਰਮੀ ਆਪਣੇ ਆਪ ਨੂੰ ਕਹਾਉਣ ਵਾਲਿਆਂ ਨੇ ਝੂਠੀਆਂ ਕਸਮਾਂ ਖਾ ਕੇ ਆਪਣੇ ਵਾਅਦਿਆਂ ਤੋਂ ਮੁਕਰਨਾ ਕੀਤਾ ਹੈ। ਮਹਾਰਾਜ ਜੀ ਬਚਨ ਕਰਿਆ ਕਰਦੇ ਸੀ। ਸਾਧ ਸੰਗਤ ਜੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸ੍ਰੀ ਦਮਦਮਾ ਸਾਹਿਬ ਜੀ ਦੀ ਪਾਵਨ ਧਰਤੀ ਤੋਂ ਦੱਖਣ ਵੱਲ ਨੂੰ ਜਦੋਂ ਚਾਲੇ ਪਾਏ ਨੇ ਮਹਾਰਾਜ, ਉਸ ਵੇਲੇ ਮਹਾਰਾਜ ਦਾ ਸਤੰਬਰ 1708 ਦੇ ਵਿੱਚ ਤਕਰੀਬਨ ਮਾਧੋ ਦਾਸ ਦੀ ਪਹਿਲੀ ਜਿਹੜੀ ਮੁਲਾਕਾਤ, ਜਿਹੜਾ ਪਹਿਲਾ ਮਿਲਣਾ ਹੈ, ਉਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਹੁੰਦਾ ਹੈ। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੰਦੇੜ ਦੀ ਧਰਤੀ 'ਤੇ ਜਾਂਦੇ ਹਨ, ਗੋਦਾਵਰੀ ਦੇ ਕੰਢੇ 'ਤੇ ਜਦੋਂ ਉਹਨਾਂ ਦੇ ਡੇਰੇ 'ਤੇ ਜਾਂ ਸਥਾਨ ਕਹਿ ਦੀ ਮਾਧੋ ਦਾਸ ਦਾ ਸਥਾਨ ਬਣਿਆ, ਉੱਥੇ ਮਹਾਰਾਜ ਜਾਂਦੇ ਨੇ। ਇਹਦੇ ਡੇਰੇ ਦੇ ਵਿੱਚ ਰਹਿਣ ਵਾਲੇ ਇਹਦੇ ਪੈਰੋਕਾਰ ਜਿਹੜੇ ਸਨ, ਉਹ ਇਹਦੀਆਂ ਰਿੱਧੀਆਂ ਸਿੱਧੀਆਂ ਤਾਂਤਰਿਕ ਵਿਦਿਆ ਤੋਂ ਜਾਣੂ ਸਨ। ਮਹਾਰਾਜ ਨੂੰ ਅਜੇ ਜਾਣਦੇ ਨਹੀਂ ਸਨ। ਸਤਿਗੁਰੂ ਜਾ ਕੇ ਇਹਦੇ ਪਲੰਘ 'ਤੇ ਬੈਠ ਜਾਂਦੇ ਨੇ। ਇਹਦੇ ਜਿਹੜੇ ਪੈਰੋਕਾਰ ਜਾਂ ਚੇਲੇ ਕਹਿ ਦੀ, ਉਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਸੀ। ਉਹਨਾਂ ਨੇ ਮਾਧੋ ਦਾਸ ਨੂੰ ਵੀ ਜਾ ਕੇ ਦੱਸਿਆ ਵੀ ਕੋਈ ਐਸਾ ਸਾਧੂ ਸੰਤ ਆਪਣੇ ਡੇਰੇ ਵਿੱਚ ਆਇਆ ਹੈ ਜਿਹੜਾ ਤੁਹਾਡੇ ਪਲੰਘ 'ਤੇ ਆਣ ਕੇ ਬਿਰਾਜਮਾਨ ਹੋ ਗਏ ਨੇ। ਹੁਣ ਇਹਦੇ ਮਨ ਵਿੱਚ ਐਸੀਆਂ ਰਿੱਧੀਆਂ ਸਿੱਧੀਆਂ ਹੋਣ ਕਰਕੇ ਬੜਾ ਕੁਝ ਸੀਗਾ ਵੀ ਮੇਰੇ ਡੇਰੇ 'ਚ ਕੌਣ ਆ ਸਕਦਾ, ਅਤੇ ਆਪਣੀਆਂ ਰਿੱਧੀਆਂ ਸਿੱਧੀਆਂ ਦੇ ਨਾਲ ਜਾਂ ਆਪਣੀਆਂ ਸ਼ਕਤੀਆਂ ਦੇ ਨਾਲ ਇਹਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਉਸੇ ਤਰ੍ਹਾਂ ਦੇ ਨਾਲ ਡਰਾਉਣ ਦੀ ਕੋਸ਼ਿਸ਼ ਕੀਤੀ ਜਾਂ ਆਪਣੀਆਂ ਰਿੱਧੀਆਂ ਸਿੱਧੀਆਂ ਸ਼ਕਤੀਆਂ ਵਿਖਾਉਣ ਦੀ ਕੋਸ਼ਿਸ਼ ਕੀਤੀ, ਜਿਹੜਾ ਕਿ ਇਹਦੇ ਕੋਈ ਡੇਰੇ ਵਿੱਚ ਆਇਆ ਕਰਦਾ ਸੀ ਉਹਨਾਂ ਨੂੰ ਦਿਖਾਇਆ ਕਰਦਾ ਹੈ। ਪਰ ਜਦੋਂ ਸਤਿਗੁਰੂ ਜੀਆਂ ਦੇ ਸਾਹਮਣੇ ਇਹਦੀ ਕੋਈ ਪੇਸ਼ ਨਾ ਚੱਲੀ ਤੇ ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਚਰਨਾਂ 'ਤੇ ਢਹਿ ਪਿਆ। ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ 'ਤੇ ਡਿੱਗਦਾ ਹੈ। ਸਤਿਗੁਰੂ ਦੇ ਨਾਲ ਕੁਝ ਦਿਨਾਂ ਦੀ ਸੰਗਤ ਇਹਨੇ ਕੀਤੀ। ਕੁਝ ਦਿਨ ਸੰਗਤ ਕਰਕੇ ਇਹਦਾ ਜੀਵਨ ਜਿਹੜਾ ਸੀ, ਪੂਰਾ ਜੀਵਨ ਬਦਲ ਗਿਆ। ਕਿਉਂ ਬਦਲਿਆ? ਕਿਉਂਕਿ ਐਸਾ ਗੁਰ ਵਡਭਾਗੀ ਪਾਇਆ। ਵੱਡੇ ਭਾਗਾਂ ਦੇ ਨਾਲ ਐਸੇ ਸਤਿਗੁਰੂ ਦਾ ਮੇਲ ਹੋ ਗਿਆ ਜਿਹਨੇ ਸਾਰਾ ਜੀਵਨ ਬਦਲ ਦਿੱਤਾ। ਕਿੱਥੇ ਜੀਵਨ ਵਿੱਚ ਰਿੱਧੀਆਂ ਸਿੱਧੀਆਂ ਤਾਂਤਰਿਕ ਵਿਦਿਆ, ਲੋਕਾਂ ਨੂੰ ਡਰਾਉਣਾ ਧਮਕਾਉਣਾ, ਕਿੱਥੇ ਇਸ ਸ਼ਕਤੀ ਨੂੰ ਪ੍ਰਾਪਤ ਕਰਕੇ ਭਲੇ ਕਰਨ ਦੀ ਜਿਹੜੀ ਸੀ ਮਨ ਵਿੱਚ ਭਾਵਨਾ ਪੈਦਾ ਹੋ ਜਾਣੀ। ਜਦੋਂ ਸਤਿਗੁਰੂ ਦੇ ਨਾਲ ਇਸ ਤਰ੍ਹਾਂ ਵਿਚਰਦਿਆਂ ਦਾ ਜੀਵਨ ਤਬਦੀਲ ਹੋ ਗਿਆ ਤੇ ਉਸ ਤੋਂ ਬਾਅਦ ਜਿਵੇਂ ਆਪਾਂ ਆਮ ਕਹਾਵਤਾਂ ਸੁਣਦੇ ਵੀ ਮਹਾਰਾਜ ਨੇ ਬਚਨ ਕੀਤਾ, ਕੌਣ ਹੈ ਤੂੰ? ਫਿਰ ਇਹਨੇ ਬਚਨ ਕੀਤਾ ਵੀ ਮੈਂ ਇੱਕ ਬੰਦਾ। ਇਹ ਭਾਵਨਾ ਸੀ ਬੰਦਾ ਕਹਿਣਾ, ਬੰਦਾ ਗੁਲਾਮ ਤੁਹਾਡਾ ਸੇਵਕ। ਤੇ ਹਜ਼ੂਰ ਨੇ ਬਚਨ ਕੀਤੇ ਸਨ ਵੀ ਜੇ ਬੰਦਾ ਹੈ ਤੇ ਬੰਦਿਆਂ ਵਾਲੇ ਕਰਮ ਕਰ। ਬੰਦੋ ਹੋਏ ਬੰਦਗੀ ਗਹਿ, ਬੰਦਕ ਹੋਏ ਬੰਦ ਸੁਧ ਲਹੈ। ਜੇ ਅਸੀਂ ਬੰਦੇ ਹਾਂ, ਜੇ ਇਨਸਾਨ ਹਾਂ, ਫਿਰ ਸਾਨੂੰ ਇਨਸਾਨਾਂ ਵਾਲੇ ਹੀ ਕਰਮ ਕਰਨੇ ਚਾਹੀਦੇ ਨੇ। ਸਤ ਸੰਗਤ ਜੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਖਸ਼ਿਸ਼ ਕਰ ਦਿੱਤੀ ਮਾਧੋ ਦਾਸ 'ਤੇ। ਜਦੋਂ ਮਾਧੋ ਦਾਸ 'ਤੇ ਬਖਸ਼ਿਸ਼ ਕੀਤੀ ਤੇ ਇਹਨਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਗਿਆ। ਹੁਣ ਇੱਕ ਲਛਮਣ ਦਾਸ ਤੋਂ ਮਾਧੋ ਦਾਸ ਤੱਕ ਦਾ ਸਫ਼ਰ ਜਿਹੜਾ ਸੀ, ਇੱਕ ਤਾਂਤਰਿਕ ਵਿਦਿਆ ਜਾਂ ਯੋਗ ਵਿਦਿਆ ਦੇ ਵਿੱਚ ਇਤਨਾ ਜੀਵਨ ਬਤੀਤ ਹੋ ਗਿਆ। ਪਰ ਜਿਸ ਸਮੇਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਹੁੰਦੇ ਨੇ ਨਾ, ਉਸ ਸਮੇਂ ਇਹਨਾਂ ਦੀ ਆਜੂ ਕਹਿ ਦੀ ਵੀ 1708 ਵਿੱਚ ਮਹਾਰਾਜ ਦੇ ਨਾਲ ਇਹਨਾਂ ਦੇ ਮੇਲ ਹੁੰਦਾ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ। ਤੇ 1670 ਦਾ ਜਨਮ ਹੈ। ਤਕਰੀਬਨ 38 ਕੁ ਸਾਲ ਦੀ ਉਮਰ ਜਿਹੜੀ ਹੈ ਮਾਧੋ ਦਾਸ ਬਾਬਾ ਬੰਦਾ ਸਿੰਘ ਬਹਾਦਰ ਦੀ 38 ਕੁ ਸਾਲ ਦੀ ਉਮਰ ਜਦੋਂ ਹੋਈ ਹੈ, ਉਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਇਹਨਾਂ ਦਾ ਮੇਲ ਹੁੰਦਾ ਹੈ। ਸਤਿਗੁਰੂ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਸੰਚਾਰ ਕੀਤਾ ਤੇ ਇਸ ਮਾਧੋ ਦਾਸ ਨੂੰ ਅੰਮ੍ਰਿਤ ਛਕਾ ਕੇ ਇਹਦਾ ਨਾਮ ਸਤਿਗੁਰਾਂ ਨੇ ਭਾਈ ਗੁਰਬਖਸ਼ ਸਿੰਘ ਰੱਖਿਆ। ਇਹਦਾ ਨਾਮ ਗੁਰਬਖਸ਼ ਸਿੰਘ ਜਿਹੜਾ ਸੀ ਉਹ ਰੱਖਿਆ ਗਿਆ ਵੀ ਮਾਧੋ ਦਾਸ ਤੋਂ ਗੁਰਬਖਸ਼ ਸਿੰਘ ਬਣ ਗਏ। ਗੁਰੂ ਸਾਹਿਬ ਜੀਆਂ ਨੇ ਫਿਰ ਜਦੋਂ ਇਹਨਾਂ ਨੂੰ ਸਾਰੀ ਦਾਸਤਾਨ, ਜਦੋਂ ਨੇ ਪੰਜਾਬ ਦੇ ਹਾਲਾਤ, ਪੰਜਾਬ ਦੀ ਗੱਲਬਾਤ, ਇੱਧਰ ਦਾ ਸਭ ਕੁਝ ਸੁਣਿਆ,
ਇਹਨੂੰ ਫਿਰ ਲਕਬ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ। ਉਹ ਲਕਬ ਖਿਤਾਬ ਸੀ ਬੰਦਾ ਸਿੰਘ ਬਹਾਦਰ। ਅੰਮ੍ਰਿਤ ਛਕਣ ਤੋਂ ਬਾਅਦ ਇਹਨਾਂ ਦਾ ਨਾਮ ਗੁਰਬਖਸ਼ ਸਿੰਘ ਪਿਆ। ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਲਕਬ ਦੇ ਰਹੇ ਨੇ, ਇਹਨਾਂ ਨੂੰ ਇੱਕ ਖਿਤਾਬ ਦੇ ਰਹੇ ਨੇ ਵੀ ਇਹ ਹੈ ਬੰਦਾ ਸਿੰਘ ਬਹਾਦਰ। ਅੱਜ ਵੀ ਜਦੋਂ ਅਸੀਂ ਕਿਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਗਾਥਾ ਸੁਣਦੇ ਹਾਂ, ਪੜ੍ਹਦੇ ਹਾਂ, ਜਾਂ ਅਸੀਂ ਉਹਨਾਂ ਦੀ ਗੱਲਬਾਤ ਕਰਦੇ ਹਾਂ, ਤੇ ਅੱਜ ਵੀ ਅਸੀਂ ਦੁਨੀਆ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਦੇ ਨਾਲ ਇਹਨਾਂ ਨੂੰ ਜਾਣਿਆ ਜਾਂਦਾ ਹੈ। ਗੁਰਬਖਸ਼ ਸਿੰਘ ਨਾਂ ਜਿਹੜਾ ਸੀ ਅੰਮ੍ਰਿਤ ਛਕਣ ਤੋਂ ਬਾਅਦ, ਮਾਧੋ ਦਾਸ ਤੋਂ ਬਾਅਦ ਇਹਨਾਂ ਦਾ ਨਾਮ ਗੁਰਬਖਸ਼ ਸਿੰਘ ਹੈ। ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹਨਾਂ ਨੂੰ ਖਿਤਾਬ ਦਿੱਤਾ ਸੀ ਬੰਦਾ ਸਿੰਘ ਬਹਾਦਰ ਦੇ ਨਾਮ ਨਾਲ। ਇਹ ਪ੍ਰਸਿੱਧ ਹੋ ਗਏ ਸਨ। ਸਤਿਗੁਰੂ ਜੀ ਦੇ ਅਸ਼ੀਰਵਾਦ ਦੇ ਨਾਲ ਰਹਿਤ ਬਹਿਤ ਵਿੱਚ ਬੜੇ ਪਰਪੱਕ ਹੋਏ। ਜਿਹੜਾ ਇਨਸਾਨ ਕਿਤੇ ਤਾਂਤਰਿਕ ਵਿਦਿਆ ਦਾ ਸਹਾਰਾ ਲਿਆ ਕਰਦਾ ਸੀ, ਜਿਹੜਾ ਇਨਸਾਨ ਕਦੇ ਯੋਗ ਵਿਦਿਆ ਜਾਂ ਹੋਰ ਤਾਂਤਰਿਕ ਵਿਦਿਆ ਦੇ ਨਾਲ ਚੱਲਦਾ ਹੈ, ਅੱਜ ਉਹਦੇ ਅੰਦਰ ਇੱਕ ਬਦਲਾਅ ਆਇਆ। ਉਹਦੇ ਅੰਦਰ ਇੱਕ ਇਸ ਤਰ੍ਹਾਂ ਦੀ ਭਾਵਨਾ ਬਣ ਗਈ, ਉਹਦੇ ਅੰਦਰ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ ਦੀ ਲਹਿਰ ਚੱਲੀ। ਜਿਹੜਾ ਕਿਤੇ ਤਾਂਤਰਿਕ ਵਿਦਿਆ 'ਤੇ ਬੜਾ ਵਿਸ਼ਵਾਸ ਕਰਦਾ, ਉਹ ਗੁਰਬਾਣੀ ਪੜ੍ਹਨ ਲੱਗਿਆ ਅਤੇ ਗੁਰਬਾਣੀ ਸੁਣਨ ਲੱਗਿਆ। ਗੁਰਬਾਣੀ ਸੁਣਦਿਆਂ ਪੜ੍ਹਦਿਆਂ ਫਿਰ ਇਹ ਬਖਸ਼ਿਸ਼ਾਂ ਮਿਲ ਜਾਂਦੀਆਂ ਨੇ ਕਿ ਜਿਹੜਾ ਵੀ ਜੀਵ ਪਰਮਾਤਮਾ ਦੀ ਬਖਸ਼ਿਸ਼ ਕੀਤੀ ਗੁਰਬਾਣੀ ਨੂੰ ਪੜ੍ਹਦਾ ਅਤੇ ਸੁਣਦਾ ਹੈ, ਉਹ ਫਿਰ ਬਾਕੀ ਸਾਰੀਆਂ ਸ਼ਕਤੀਆਂ ਤੋਂ ਉੱਪਰ ਉੱਠ ਜਾਂਦਾ। ਉਹਦੇ ਅੰਦਰ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ ਦਾ ਗਿਆਨ ਪੈਦਾ ਹੋ ਜਾਂਦਾ। ਫਿਰ ਉਹਨੂੰ ਇਸ ਗੱਲ ਦਾ ਗਿਆਨ ਹੋ ਜਾਂਦਾ ਵੀ ਤੰਤ ਮੰਤ ਨ ਜੋਹੀ ਤਿਤ ਚਾਖ ਨਾ ਲਾਗੈ। ਜਿੱਥੇ ਗੁਰਬਾਣੀ, ਜਿੱਥੇ ਮੂਲ ਮੰਤਰ ਦਾ ਜਾਪ, ਗੁਰ ਮੰਤਰ ਦਾ ਜਾਪ ਹੈ, ਉੱਥੇ ਫਿਰ ਸਾਧ ਸੰਗਤ ਜੀ ਕਦੇ ਵਾਸਤੇ ਤੰਤਰ ਮੰਤਰ ਜਿਹੜੇ ਨੇ ਇਹ ਕਦੇ ਵਾਸਤੇ ਜੋਹੇ ਦਾ ਭਾਵ ਹੈ ਦੇਖਦੇ ਨਹੀਂ, ਭਾਵ ਕਿ ਇਹ ਕਦੇ ਵਾਸਤੇ ਨੇੜੇ ਨਹੀਂ ਲੱਗਦੇ। ਤੇ ਤਿਤ ਚਾਖ ਨਾ ਲਾਗੇ, ਚਾਖ ਹੁੰਦਾ ਨਜ਼ਰ। ਆਮ ਕਹਾਵਤਾਂ ਦੇ ਵਿੱਚ ਅਸੀਂ ਕਹਿੰਦੇ ਵੀ ਕੋਈ ਨਜ਼ਰ ਨਾ ਲੱਗ ਜਾਵੇ, ਪਰ ਗੁਰਬਾਣੀ ਇਹ ਕਹਿੰਦੀ ਹੈ ਜਿਹੜਾ ਗੁਰਬਾਣੀ ਪੜ੍ਹਦਾ ਉਹਨੂੰ ਕਿਸੇ ਦੀ ਨਜ਼ਰ ਨਹੀਂ ਲੱਗਦੀ ਤੇ ਨਾ ਉਹਨੂੰ ਕੋਈ ਤੰਤਰ ਮੰਤਰ ਜੋ ਸਕਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵੀ ਬਚਨ ਹੈ, ਮਹਾਰਾਜ ਨੇ ਇਹ ਕਿਹਾ, ਰੋਗਣ ਤੇ ਅਰ ਸੋਗਣ ਤੇ ਜਲ ਜੋਗਣ ਤੇ ਬਹੁ ਭਾਂਤ ਬਚਾਵੈ, ਸਤੁਰ ਅਨੇਕ ਚਲਾਵਤ ਘਾਵ ਤਉ ਤਨ ਏਕ ਨਾ ਲਾਗਣ ਪਾਵੈ, ਰਾਖਤ ਹੈ ਆਪਣੋ ਕਰ ਦੈ ਕਰ ਪਾਪ ਸਮੂਹ ਨਾ ਭੇਟਣ ਪਾਵੈ, ਔਰ ਕੀ ਬਾਤ ਕਹਾ ਕਹਿ ਤੋ ਸੋ ਸੋ ਪੇਟ ਹੀ ਕੇ ਪਟ बीच बचावे। ये ऐसा मंत्र है, मूल मंत्र, गुर मंत्र, जिहड़ी रसना ते आ जाता है। गुरु नानक साहब उस रसना ते वसदे ने। बाबा बंदा सिंह बहादुर जब खिताब मिलिया, उस तो बाद फिर ये सारे तंत्र मंत्र त्याग के जी धुर की बाणी दे ज्ञाता बन गए, ज्ञान अंदर पैदा हो गया, ਹਿਰਦੇ ਵਿੱਚ ਵਸਾ ਲਿਆ ਵੀ ਧੁਰ ਕੀ ਬਾਣੀ ਤੋਂ ਬਿਨਾ ਜੀਵਨ ਨਹੀਂ ਸਫਲ ਹੋਣਾ, ਗੁਰਬਾਣੀ ਤੋਂ ਬਿਨਾ ਜੀਵਨ ਵਿੱਚ ਕੁਝ ਨਹੀਂ ਮਿਲਣਾ। ਉਸ ਤੋਂ ਬਾਅਦ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਇਹਨਾਂ ਦਾ ਬੜਾ ਦ੍ਰਿੜ ਨਿਸ਼ਚਾ ਯੋਗਤਾ ਵੇਖੀ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਜਿਹੜੇ ਹਰ ਪੱਖ ਤੋਂ ਬੜੇ ਦ੍ਰਿੜ ਵਿਸ਼ਵਾਸ ਵਾਲੇ ਬਣੇ। ਮਹਾਰਾਜ ਸਾਹਿਬ ਜੀ ਨੇ ਇਹਨਾਂ ਨੂੰ ਇੱਕ ਸੈਨਾਪਤੀ ਦੇ ਰੂਪ ਵਿੱਚ, ਇੱਕ ਜਰਨੈਲ ਦੇ ਰੂਪ ਵਿੱਚ ਪੰਜਾਬ ਦੀ ਧਰਤੀ ਤੇ ਭੇਜਣਾ ਕੀਤਾ ਵੀ ਮੁਗਲ ਹਕੂਮਤਾਂ ਦੇ ਜ਼ਾਲਮਾਂ ਦੀ ਦਾਸਤਾਨ ਜਿਹੜੀ ਸੀ ਸੁਣੀ ਇਹਨਾਂ ਨੇ, ਕਿਵੇਂ ਜਹਾਂਗੀਰ ਬਾਦਸ਼ਾਹ ਵੇਲੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕੀਤਾ ਜਾਂਦਾ ਹੈ, ਔਰੰਗਜ਼ੇਬ ਨੇ 9ਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਨੂੰ ਕਿਵੇਂ ਸ਼ਹੀਦ ਕੀਤਾ ਹੈ, ਔਰੰਗਜ਼ੇਬ ਨੇ ਝੂਠੀਆਂ ਕਸਮਾਂ ਖਾ ਕੇ ਆਪਣੇ ਵਾਅਦਿਆਂ ਤੋਂ ਕਿਵੇਂ ਮੁਕਰਨਾ ਕੀਤਾ, ਪਹਾੜੀ ਰਾਜਿਆਂ ਨੇ ਮਹਾਰਾਜ ਦੇ ਨਾਲ ਕਿਵੇਂ ਦਗਾ ਕਮਾਇਆ। ਇਸ ਤਰ੍ਹਾਂ ਸਾਰੀ ਦਾਸਤਾਨ ਜਦੋਂ ਉਹਨੇ ਸੁਣੀ ਨਾ ਜੀ ਬਾਬਾ ਬੰਦਾ ਸਿੰਘ ਬਹਾਦਰ, ਤੇ ਉਹਨਾਂ ਦੇ ਸਰੀਰ ਦਾ ਲੂੰ ਕੰਡਾ ਖੜਾ ਹੋ ਗਿਆ। ਵੀਰ ਰਸੀ ਜਿਹਨੂੰ ਕਹਿੰਦੇ, ਵੀਰ ਰਸ ਉਹਨਾਂ 'ਚ ਪੈਦਾ ਹੁੰਦਾ ਵੀ ਇਸ ਤਰ੍ਹਾਂ ਦੀ ਦਾਸਤਾਨ, ਇਹ ਹਾਲਾਤ ਪੰਜਾਬ ਦੀ ਧਰਤੀ 'ਤੇ ਹੋਏ। ਸਤਿਗੁਰੂ ਧੰਨ ਗੁਰੂ
ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਆਗਿਆ ਮੰਗੀ ਵੀ ਮਹਾਰਾਜ ਕਿਰਪਾ ਕਰੋ ਮੈਨੂੰ ਵੀ ਪੰਜਾਬ ਜਾਣ ਦੀ ਆਗਿਆ ਮੰਗੀ। ਇਹਨੇ ਜਦੋਂ ਸਤਿਗੁਰੂ ਕਲਗੀਧਰ ਪਾਤਸ਼ਾਹ ਜੀਆਂ ਨੇ ਇਸ ਮਹਾਨ ਯੋਧੇ ਵਿੱਚ ਉਹ ਜਜ਼ਬਾ, ਉਹ ਜਨੂਨ ਦੇਖਿਆ ਜਿਹੜਾ ਗੁਰਬਾਣੀ ਪੜ੍ਹ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਤੋਂ ਬਾਅਦ ਇਹਨਾਂ ਦੇ ਵਿੱਚ ਪੈਦਾ ਹੋਇਆ। ਜਿਹੜਾ ਕਿ ਪਹਿਲਾਂ ਤੰਤਰ ਮੰਤਰ ਦੇ ਸਹਾਰੇ ਚੱਲਦਾ ਸੀ, ਉਹ ਗੁਰਬਾਣੀ ਨੂੰ ਪੜ੍ਹ ਕੇ ਇੰਨਾ ਕੁ ਮਹਾਨ ਬਲਵਾਨ ਤੇ ਇੰਨਾ ਕੁ ਉਹ ਜਜ਼ਬੇ ਵਾਲਾ ਬਣਿਆ ਵੀ ਜਿਹਦੇ ਅੰਦਰ ਇਹ ਭਾਵਨਾ ਬਣ ਗਈ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ ਤੋਂ ਆਓ ਹਮਾਰੇ ਪਾਸ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਿਰ ਥਾਪੜਾ ਦੇ ਕੇ 5 ਤੀਰ ਆਪਣੇ ਭੱਥੇ ਵਿੱਚੋਂ ਕੱਢੇ ਤੇ ਉਹ 5 ਤੀਰ ਜਿਹੜੇ ਸਨ ਬਾਬਾ ਬੰਦਾ ਸਿੰਘ ਬਹਾਦਰ ਨੂੰ ਬਖਸ਼ਿਸ਼ ਕੀਤੇ ਤੇ ਇਹਨਾਂ ਦੀ ਸਹਾਇਤਾ ਵਾਸਤੇ 5 ਪਿਆਰੇ ਨਾਲ ਦਿੱਤੇ। ਕਿਉਂਕਿ ਪੰਜਾਬ ਦੀ ਧਰਤੀ ਤੇ ਆਉਣਾ ਤੇ ਪੰਜਾਬ ਦੀ ਧਰਤੀ ਤੇ ਇੱਕ ਜਰਨੈਲ ਜਿਹੜਾ ਹੈ, ਸੈਨਾਪਤੀ ਜਿਹੜਾ ਇੱਕ ਨਵਾਂ ਰੂਪ ਲੈ ਕੇ ਆ ਰਿਹਾ ਹੈ, ਉਹਦੇ ਆਗਿਆ ਵੀ ਚੱਲਣਾ ਜਾਂ ਉਹਦੀ ਸਹਾਇਤਾ ਵਾਸਤੇ ਇਕੱਤਰ ਹੋਣ ਵਾਸਤੇ ਮਹਾਰਾਜ ਨੇ 5 ਪਿਆਰੇ ਨਾਲ ਭਾਈ ਵਿਨੋਦ ਸਿੰਘ, ਭਾਈ ਕਾਹਨ ਸਿੰਘ, ਭਾਈ ਬਾਜ ਸਿੰਘ, ਭਾਈ ਦਇਆ ਸਿੰਘ ਤੇ ਭਾਈ ਰਣ ਸਿੰਘ ਇਹਨਾਂ ਨੂੰ ਨਾਲ ਭੇਜਿਆ। ਇਹਨਾਂ ਗੁਰਮੁਖਾਂ ਨੂੰ ਆਪਾਂ ਬਾਬਾ ਸ਼ਬਦ ਵੀ ਵਰਦੇ, ਬਾਬਾ ਵਿਨੋਦ ਸਿੰਘ, ਬਾਬਾ ਕਾਹਨ ਸਿੰਘ, ਬਾਬਾ ਬਾਜ ਸਿੰਘ, ਬਾਬਾ ਭਾਈ ਦਇਆ ਸਿੰਘ, ਭਾਈ ਰਣ ਸਿੰਘ, ਇਸ ਤਰ੍ਹਾਂ ਦੇ ਨਾਲ ਇਹ 5 ਪਿਆਰਿਆਂ ਦੀ ਅਗਵਾਈ ਦੇ ਵਿੱਚ ਥਾਪੇ ਤੇ ਮਹਾਰਾਜ ਨੇ 20 ਕੁ ਹੋਰ ਸੂਰਬੀਰ ਨਾਲ ਭੇਜ ਦਿੱਤੇ। ਕਿਉਂਕਿ ਜੰਗਜੂ ਮੈਦਾਨ ਦੇ ਵਿੱਚ ਆਉਣਾ ਸੀ ਤੇ ਉਹ ਜੰਗਜੂ ਸੂਰਮੇ ਨਾਲ ਭੇਜੇ, ਜਿਹੜੇ 20 ਕੁ ਸੂਰਮੇ, ਹੁਣ 20 ਦਾ ਕਾਫਲਾ ਤੁਰਦਾ ਹੈ। ਸੈਨਾਪਤੀ ਜਿਹੜਾ ਉਹ ਇੱਕ ਬਾਬਾ ਬੰਦਾ ਸਿੰਘ ਬਹਾਦਰ ਹੈ, ਜਿਹੜਾ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਤੋਂ ਬਾਅਦ ਤਿਆਰ ਹੋਇਆ। 5 ਸਿੰਘਾਂ ਦੀ ਅਗਵਾਈ ਦਿੱਤੀ ਗਈ ਵੀ ਇਹਨਾਂ ਦਾ ਨਾਲ ਜਿਹੜਾ ਸੀ ਉਹਨਾਂ ਦੀ ਅਗਵਾਈ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੀ ਧਰਤੀ ਤੇ ਆਉਣਾ ਹੈ। ਤੋ ਸਾਧ ਸੰਗਤ ਜੀ, ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਥਾਪੜਾ ਲੈ ਕੇ ਤੁਰੇ ਨਾ ਜੀ, ਤੇ ਰੋਹਤਕ ਤੋਂ ਸੋਨੀਪਤ ਦੇ ਇਲਾਕੇ ਵਿੱਚ, ਹੁਣ ਰੋਹਤਕ ਤੋਂ ਸੋਨੀਪਤ ਦਾ ਇਲਾਕਾ ਜੋ ਦਾਖਲ ਹੋਣ ਉਪਰੰਤ ਨਾ ਇੱਥੇ ਰਣਨੀਤੀ ਤੈਅ ਕੀਤੀ ਜਾਣੀ ਸੀ ਵੀ ਜੇ ਜਥਾ ਛੋਟਾ ਹੈ, ਅੱਗੇ ਜਿਹੜਾ ਪੰਜਾਬ ਦੀ ਧਰਤੀ ਤੇ ਬਹੁਤ ਵੱਡੇ ਜਿਹੜੇ ਸਨ ਸੂਬਾ ਏ ਵਜ਼ੀਰ ਸਰਹੰਦ, ਸੂਬਾ ਏ ਸਰਹੰਦ, ਸੂਬਾ ਏ ਲਾਹੌਰ, ਇਸ ਤਰ੍ਹਾਂ ਸਮਾਣਾ, ਸਢੌਰਾ, ਇਹਨਾਂ ਨੂੰ ਸਾਰਿਆਂ ਨੂੰ ਸਰ ਕਰਨਾ ਹੈ। ਜਦੋਂ ਸੋਨੀਪਤ ਰੋਹਤਕ ਤੋਂ ਅੱਗੇ ਆਣ ਕੇ ਰਣਨੀਤੀ ਤੈਅ ਕੀਤੀ ਗਈ ਤੇ ਸਾਧ ਸੰਗਤ ਜੀ ਇੱਥੇ ਇੱਕ ਨਾ ਪਿੰਡ ਆਉਂਦਾ ਸੇਹਰੀ ਖੰਡਾ, ਇਹ 2 ਪਿੰਡਾਂ ਦਾ ਨਾਂ ਸੇਹਰੀ ਖੰਡਾ। ਇੱਥੇ ਆਣ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਰੁਕਣਾ ਕੀਤਾ ਤੇ ਇੱਥੇ ਜਿਹੜਾ ਆਣ ਕੇ ਰੁਕੇ ਤੇ ਉਦੋਂ ਜੰਗ ਦੀ ਜਿਹੜੀ ਹੈ ਔਰ ਸਾਰੀ ਰਣਨੀਤੀ ਨੂੰ ਤੈਅ ਕਰਨਾ ਸੀ। ਤੇ ਇੱਥੇ ਸਾਧ ਸੰਗਤ ਜੀ ਇਤਿਹਾਸ ਕਹਿੰਦਾ ਵੀ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਜੋ ਰਣਨੀਤੀ ਤੈਅ ਕੀਤੀ ਤੇ ਉਦੋਂ 40,000 ਜਿਹੜਾ ਸਿੱਖ ਸੀ ਨਾ, ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਸੇਰੀ ਖੰਡਾ ਜਿਹੜਾ ਪਿੰਡ ਸੀ, ਇਹ 2 ਪਿੰਡਾਂ ਦੇ ਨਾਮ ਨੇ। ਇਸ ਜੂਹ ਦੇ ਵਿੱਚ ਅਗਲੀ ਰਣਨੀਤੀ ਤੈਅ ਕੀਤੀ ਜਾ ਰਹੀ ਸੀ ਤੇ ਹੁਕਮਨਾਮੇ ਭੇਜੇ ਜਾਂਦੇ ਨੇ ਤੇ 40,000 ਜਿਹੜੇ ਮਰ ਜੀਵੜੇ ਉਹ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਆਣ ਕੇ ਸ਼ਾਮਲ ਹੁੰਦੇ। ਉਹ ਪੰਜਾਬ ਦੀ ਧਰਤੀ ਤੋਂ ਮਾਝਾ, ਦੁਆਬਾ, ਮਾਲਵਾ, ਇਸ ਤਰ੍ਹਾਂ ਵੱਖ-ਵੱਖ ਥਾਵਾਂ ਤੋਂ ਜਿਹੜੇ ਸਨ ਸਿੱਖ ਮਰ ਜੀਵੜੇ ਉਹ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਸ਼ਾਮਲ ਹੁੰਦੇ ਜਾ ਰਹੇ ਨੇ। ਅੱਗੇ ਹੁਕਮਨਾਮੇ ਭੇਜੇ ਜਾਂਦੇ, ਹੁਕਮਨਾਮਿਆਂ ਦੇ ਅਨੁਸਾਰ ਅੱਗੇ ਜਿਹੜਾ ਇਹ ਕਾਫਲਾ ਇਹ ਜਿਹੜਾ ਚੱਲਿਆ ਹੋਇਆ ਜਥਾ ਸੀ ਵੱਧਦਾ ਗਿਆ। ਭਾਵੇਂ ਕਿ ਸਮੇਂ ਅਨੁਸਾਰ ਉਦੋਂ ਇਹਨਾਂ ਜਥਿਆਂ ਦੇ ਵਿੱਚ ਕੁਝ ਐਸੇ ਮਾਰ ਧਾੜ ਕਰਨ ਵਾਲੇ ਵੀ ਸ਼ਾਮਲ ਹੋ ਜਾਂਦੇ ਨੇ ਜਿਨ੍ਹਾਂ ਦਾ ਕੰਮ ਸਿਰਫ ਲੁੱਟ ਕਰਨਾ, ਪਦਾਰਥ ਲੈ ਕੇ ਆਉਣਾ, ਧਨ ਪਦਾਰਥ ਦੀ ਪ੍ਰਾਪਤੀ ਤੱਕ ਸੀ। ਪਰ ਐਸੇ ਮਰ ਜੀਵੜੇ ਵੀ ਇਸ ਜਥੇ ਦੇ ਵਿੱਚ ਸ਼ਾਮਲ ਹੁੰਦੇ ਨੇ ਜਿਨ੍ਹਾਂ ਦੇ ਸਿਰਾਂ 'ਤੇ ਜਨੂਨ ਸੀ ਵੀ ਪਹਿਲਾਂ ਮਰਨ ਕਬੂਲ ਜੀਵਨ ਕੀ ਛਾੜਿਆ, ਜਿਨ੍ਹਾਂ ਦੇ ਕੋਲ ਇਹ ਸ਼ਬਦ ਹੈ ਵੀ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ।
ਜਿਨ੍ਹਾਂ ਦੇ ਅੰਦਰ ਇਹ ਭਾਵਨਾ ਸੂਰਾ ਸੋ ਪਹਿਚਾਨੀਆਂ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾੜੈ। ਉਹਨਾਂ ਦੇ ਅੰਦਰ ਇਹ ਭਾਵਨਾ ਸੀ। ਸਾਧ ਸੰਗਤ ਜੀ, ਵੱਖ-ਵੱਖ ਤਰ੍ਹਾਂ ਦੇ ਨਾਲ ਜਦੋਂ ਇੱਥੇ ਬਹੁਤ ਸਾਰੀ ਫੌਜ ਇਕੱਠੀ ਹੁੰਦੀ ਹੈ, ਪੰਜਾਬ ਦੀ ਧਰਤੀ 'ਤੇ ਆ ਕੇ ਬਾਬਾ ਬੰਦਾ ਸਿੰਘ ਜੀਆਂ ਨੇ ਸਿੱਖਾਂ ਨੂੰ ਜਥੇਬੰਦ ਕਰਕੇ ਨਾ, ਸਿੱਖਾਂ ਦੀ ਇੱਕ ਸ਼ਕਤੀ ਜਥੇਬੰਦ ਕਰਕੇ ਮੁਗਲ ਹਕੂਮਤ ਵਿਰੁੱਧ ਜਿਹੜਾ ਸੀ ਇਹ ਜੰਗ ਜਾਰੀ ਕਰਨਾ ਹੈ। ਸੰਘਰਸ਼ ਜਿਹੜਾ ਆਰੰਭ ਕਰ ਦਿੱਤਾ ਗਿਆ। ਜਦੋਂ ਸੰਘਰਸ਼ ਆਰੰਭ ਹੁੰਦਾ ਹੈ ਉਸ ਸਮੇਂ ਕੀ ਹੁੰਦਾ, ਬਾਬਾ ਬੰਦਾ ਸਿੰਘ ਬਹਾਦਰ ਜੀ ਜਥੇਬੰਦਕ ਐਸਾ ਜਿਹੜਾ ਇਹਨਾਂ ਜਥੇਬੰਦੀ ਮਜ਼ਬੂਤ ਹੁੰਦੀ ਹੈ ਜਿਹਦੇ ਵਿੱਚ ਮਰਜੀਵੜੇ ਸਿਰਫ ਤੇ ਸਿਰਫ ਧਰਮ ਦੀ ਲਈ ਜੰਗ ਜਿਹੜਾ ਸੀ ਧਰਮ ਯੋਧੇ ਲਈ ਲੜਨ ਲਈ ਤਿਆਰ ਹੁੰਦੇ ਹਨ। ਔਰ ਇਸ ਤਰ੍ਹਾਂ ਦੇ ਨਾਲ ਸੋਨੀਪਤ, ਕੈਂਥਲ, ਸਢੌਰਾ ਤੇ ਸਮਾਣਾ, ਮੁਖਲਿਸਗੜ੍ਹ, ਜਿਹਨੂੰ ਬਾਅਦ ਵਿੱਚ ਸਿੱਖਾਂ ਨੇ ਆਪਣੀ ਰਾਜਧਾਨੀ ਲੋਹਗੜ੍ਹ ਦੇ ਨਾਮ ਦੇ ਨਾਲ, ਲੋਹਗੜ੍ਹ ਦਾ ਨਾਮ ਦੇ ਕੇ ਮੁਖਲਿਸਗੜ੍ਹ ਨੂੰ ਆਪਣੀ ਰਾਜਧਾਨੀ ਬਣਾਇਆ ਸੀ। ਇਸ ਤਰ੍ਹਾਂ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਸਢੌਰੇ ਨੂੰ ਜਿੱਤਿਆ, ਸੋਨੀਪਤ, ਕੈਂਥਲ ਨੂੰ ਜਿੱਤਿਆ, ਸਮਾਣੇ ਨੂੰ ਜਿੱਤਿਆ, ਕਿਉਂਕਿ ਇੱਥੇ ਦੇ ਵੱਡੇ ਵੱਡੇ ਉਜਲਾਦ ਜਿਨ੍ਹਾਂ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ, ਜਿਨ੍ਹਾਂ ਨੇ ਬਾਸ਼ਲ ਜਾਸ਼ਲ ਬੇਗ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਦੇ ਨੇ। ਤੇ ਇਸੇ ਤਰ੍ਹਾਂ ਸਢੌਰੇ ਦਾ ਪੀਰ ਬੁੱਧੂ ਸ਼ਾਹ, ਜਿਹਨੂੰ ਇੱਥੋਂ ਦੇ ਹਾਕਮਾਂ ਨੇ ਖਤਮ ਕਰ ਦਿੱਤਾ ਸੀ, ਉਹਨਾਂ ਨੂੰ ਖਤਮ ਕਰਨ ਵਾਸਤੇ ਬਾਬਾ ਬੰਦਾ ਸਿੰਘ ਨੇ ਸਢੌਰੇ ਨੂੰ ਜਿੱਤਿਆ। ਸਢੌਰੇ ਨੂੰ ਜਿੱਤਣ ਤੋਂ ਬਾਅਦ ਵੱਖ-ਵੱਖ ਕਾਰਵਾਈਆਂ ਪੰਜਾਬ ਦੀ ਧਰਤੀ 'ਤੇ ਵੱਖ-ਵੱਖ ਜਥੇਬੰਦ ਢਾਂਚਕ ਰੂਪ ਦੇ ਨਾਲ ਆਪਣੀਆਂ ਕਾਰਵਾਈਆਂ ਵਧਾਉਂਦੇ ਹੋਏ ਚੱਪੜਚਿੜੀ ਦਾ ਜਿਹੜਾ ਸਥਾਨ ਹੈ, ਇੱਥੇ 12 ਮਈ ਨੂੰ ਸਾਧ ਸੰਗਤ ਜੀ 12 ਮਈ ਨੂੰ ਚੱਪੜਚਿੜੀ ਦੇ ਸਥਾਨ 'ਤੇ ਜਿਹੜਾ ਜੰਗ ਹੋਣਾ, ਉਸ ਜੰਗ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਨੇ ਉਹਨਾਂ ਨੇ ਇਸ ਜੰਗ ਦੇ ਵਿੱਚ ਵਜ਼ੀਰ ਖਾਨ ਦੇ ਨਾਲ ਇੱਥੇ ਚੱਪੜਚਿੜੀ ਦਾ ਸਥਾਨ ਜਿਹੜਾ ਇੱਥੇ 12 ਮਈ ਨੂੰ 1710 ਨੂੰ ਜਿਹੜਾ ਜੰਗ ਸ਼ੁਰੂ ਹੁੰਦਾ ਹੈ। ਇਸ ਜੰਗ ਦੇ ਵਿੱਚ ਸਰਹੰਦ ਇਹ ਸੂਬਾ ਜਿਹੜਾ ਵਜ਼ੀਰ ਖਾਨ ਉਹ ਮਾਰਿਆ ਜਾਂਦਾ, ਉਹਦਾ ਪੁੱਤਰ ਮਾਰਿਆ ਜਾਂਦਾ, ਉਹਦਾ ਜਿਹੜਾ ਹੈ ਉਹਦਾ ਜਵਾਈ ਵੀ ਮਾਰੇ ਜਾਂਦੇ ਹਨ। ਇਸ ਤੋਂ ਬਾਅਦ ਖਾਲਸਾ ਪੰਥ ਦੀ ਸਥਾਪਨਾ ਕਰਨੀ, ਖਾਲਸਾ ਪੰਥ ਦਾ ਜਿਹੜਾ ਨਾਮ ਖਾਲਸਾਈ ਝੰਡਾ ਜਿਹੜਾ ਲਹਿਰਾ ਦਿੱਤਾ ਜਾਣਾ, ਖਾਲਸਾ ਰਾਜ ਦਾ ਨੀਂਹ ਰੱਖਣਾ, ਇਹ ਬਾਬਾ ਬੰਦਾ ਸਿੰਘ ਬਹਾਦਰ ਨੇ 12 ਮਈ ਨੂੰ ਇਹ ਜੰਗ ਸ਼ੁਰੂ ਹੁੰਦਾ ਹੈ। ਅਤੇ 14 ਮਈ ਜਿਹੜਾ ਹੈ ਫਿਰ ਉਸ ਵੇਲੇ ਖਾਲਸਾਈ ਨਿਸ਼ਾਨ ਜਿਹੜਾ ਹੈ ਉਹ ਖਾਲਸੇ ਦੇ ਜਾਹੋ ਜਲਾਲ ਰਾਜ ਭਾਗ ਦਾ ਜਿਹੜਾ ਸਥਾਪਿਤ ਕਰ ਦਿੱਤਾ ਜਾਂਦਾ। ਬਾਬਾ ਬੰਦਾ ਸਿੰਘ ਜੀਆਂ ਨੇ ਇਸ ਤਰ੍ਹਾਂ ਦੇ ਨਾਲ ਜੰਗ ਕੀਤਾ ਵੀ ਉਸ ਜੰਗ ਦੇ ਵਿੱਚ 14 ਮਈ ਨੂੰ ਫਿਰ ਖਾਲਸਾ ਰਾਜ ਸਥਾਪਿਤ ਕਰ ਦਿੱਤਾ। ਇੱਥੋਂ ਦੇ ਅਤਿਆਚਾਰ ਕਰਨ ਵਾਲਿਆਂ ਨੂੰ ਇਸ ਤਰ੍ਹਾਂ ਦੀਆਂ ਸਜ਼ਾਵਾਂ ਦਿੱਤੀਆਂ ਵੀ ਉਹਨਾਂ ਦੀਆਂ ਸਜ਼ਾਵਾਂ ਨੂੰ ਵੇਖ ਕੇ ਬਾਕੀ ਦੇ ਵੀ ਕੰਬਦੇ ਸਨ ਕਿ ਐਸਾ ਸੂਰਮਾ ਜਿਹੜਾ ਇਸ ਧਰਤੀ 'ਤੇ ਆਇਆ। ਅਤੇ ਉੱਧਰੋਂ ਬਹਾਦਰ ਸ਼ਾਹ ਜਿਹੜਾ ਸੀ ਦਿੱਲੀ ਦਾ ਬਾਦਸ਼ਾਹ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੀ ਕੋਲ ਜਾ ਕੇ ਫਰਿਆਦਾਂ ਕਰਿਆ ਕਰਦਾ ਸੀ, ਪੰਜਾਬ ਦੀ ਧਰਤੀ 'ਤੇ ਜਿਹੜਾ ਬਹੁਤ ਕੋਹਰਾਮ ਮਚਿਆ ਹੈ, ਮਹਾਰਾਜ ਸੱਚੇ ਪਾਤਸ਼ਾਹ ਆਪਣੇ ਉਸ ਬਹਾਦਰ ਸੂਰਮੇ ਨੂੰ ਸ਼ਾਂਤ ਕਰੋ, ਕਿਰਪਾ ਕਰੋ, ਉਹਦੇ ਅੰਦਰ ਜਿਹੜੀ ਸ਼ਾਂਤੀ ਭਰੋ ਵੀ ਜਿਹੜਾ ਹੁਣ ਪੰਜਾਬ ਦੀ ਧਰਤੀ 'ਤੇ ਜਿਹੜਾ ਕੋਹਰਾਮ ਮਚਿਆ ਉਹ ਦਿੱਲੀ ਤੱਕ ਪਹੁੰਚਣ ਲੱਗਿਆ ਸੀ। ਦਿੱਲੀ ਦੇ ਲੋਕ, ਦਿੱਲੀ ਦੇ ਵਜ਼ੀਰ ਜਿਹੜੇ ਸਨ, ਜਿਨ੍ਹਾਂ ਦੇ ਕੋਲ ਕੋਈ ਜਾਇਦਾਦ ਨੱਪੀਆਂ ਜਾਇਦਾਦਾਂ, ਅਤਿਆਚਾਰ ਕਰਨ ਵਾਲੇ ਉਹ ਵਜ਼ੀਰ, ਉਹ ਵੀ ਕੰਬਣ ਲੱਗੇ, ਡਰ ਲੱਗੇ ਸਨ ਵੀ ਕਿਤੇ ਪੰਜਾਬ ਦੀ ਧਰਤੀ ਦਾ ਜਿਹੜਾ ਕੋਹਰਾਮ ਉਹ ਦਿੱਲੀ ਤੱਕ ਨਾ ਪਹੁੰਚ ਜਾਵੇ। ਸਾਧ ਸੰਗਤ ਜੀ, ਬਾਬਾ ਬੰਦਾ ਸਿੰਘ ਬਹਾਦਰ ਜੀਆਂ ਨੇ ਖਾਲਸਾ ਰਾਜ ਸਥਾਪਿਤ ਕੀਤਾ। ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਮ 'ਤੇ ਸਿੱਕੇ ਚਲਾ ਦਿੱਤੇ ਗਏ। ਬਾਬਾ ਬੰਦਾ ਸਿੰਘ ਜੀ ਇਕੱਲੇ ਜੰਗਜੂ ਨਹੀਂ ਸਨ ਵੀ ਉਹਨਾਂ ਨੇ ਇਕੱਲੇ ਜੰਗ ਕਰਕੇ ਮੈਦਾਨੇ ਜੰਗ ਵਿੱਚ ਹੀ ਜੂਝਣਾ ਨਹੀਂ ਸਿੱਖਿਆ ਸੀ। ਉਹ ਇੱਕ ਲੋਕਾਂ ਦੇ ਸੇਵਕ ਵਜੋਂ ਤੇ ਪ੍ਰਜਾ ਦੇ ਪਾਲਕ ਵੀ ਸਨ, ਕਿਉਂਕਿ ਜਿਹੜਾ ਸੈਨਾਪਤੀ ਹੁੰਦਾ ਹੈ, ਜਿਹੜਾ ਰਾਜਾ ਕਹਿ ਦਈਏ, ਸੈਨਾਪਤੀ ਕਹਿ ਦਈਏ, ਉਹਦੇ ਅੰਦਰ ਭਰਪੂਰ ਗੁਣ ਹੁੰਦੇ ਹਨ। ਬਾਬਾ ਬੰਦਾ ਸਿੰਘ ਬਹਾਦਰ ਦੇ ਅੰਦਰ ਐਸੇ ਭਰਪੂਰ ਗੁਣ ਨੇ।
ਉਹ ਇਕੱਲੇ ਜੰਗਜੂ ਨਹੀਂ, ਉਹ ਇੱਕ ਲੋਕਾਂ ਦੇ ਸੇਵਕ ਨੇ। ਇਸ ਲੋਕਾਈ ਦੇ ਸੇਵਕ ਬਣ ਕੇ ਵੀ ਸੇਵਾ ਕਰਦੇ ਤੇ ਪ੍ਰਜਾ ਦੇ ਪਾਲਕ ਬਣ ਕੇ ਵੀ ਉਹਨਾਂ ਨੇ ਕੰਮ ਕੀਤਾ ਹੈ। ਜਦੋਂ ਉਹਨਾਂ ਦੇ ਪ੍ਰਜਾ ਦੇ ਪਾਲਕ ਬਣਨ ਦੀ ਗੱਲ ਕਰਦੇ ਆ, ਉਹਨਾਂ ਨੇ ਕੀ ਕੀਤਾ ਵੀ ਗਰੀਬਾਂ ਨੂੰ, ਲਿਤਾੜੇ ਲੋਕ ਜਿਹੜੇ ਸਨ, ਲੋਕਾਂ ਨੂੰ ਆਪਣੀ ਹਕੂਮਤ ਦੇ ਵਿੱਚ ਉੱਚ ਅਹੁਦਿਆਂ 'ਤੇ ਬਾਬਾ ਬੰਦਾ ਸਿੰਘ, ਉਸ ਜਿਹੜੇ ਗਰੀਬ ਲਿਤਾੜੇ ਲੋਕ ਸਨ, ਉਹਨਾਂ ਨੂੰ ਉੱਚ ਅਹੁਦਿਆਂ 'ਤੇ ਬਾਬਾ ਜੀ ਨੇ ਨਵਾਜਿਆ ਅਤੇ ਗੁਰੂ ਗੋਬਿੰਦ ਸਿੰਘ ਦਾ ਸੁਪਨਾ ਸਾਕਾਰ ਕੀਤਾ। ਉਸ ਬਚਨ ਨੂੰ ਮਹਾਰਾਜ ਨੇ ਐਲਾਨਨਾਮਾ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਸੀ, ਉਸ ਨੂੰ ਅਮਲੀ ਜਾਮਾ ਪਹਿਨਾ ਦਿੱਤਾ, ਜਿੱਥੇ ਮਹਾਰਾਜ ਨੇ ਕਿਹਾ ਸੀ, ਇਨ ਗਰੀਬ ਸਿੱਖਣ ਕੋ ਦਿਉ ਪਾਤਸ਼ਾਹੀ, ਯਾਦ ਕਰੇ ਹਮਰੀ ਗੁਰਿਆਈ। ਇਹ ਬਚਨ ਮਹਾਰਾਜ ਦਾ ਐਲਾਨ ਜਿਹੜਾ ਸੀ, ਇਹਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜਾ ਸੀ ਅਮਲੀ ਜਾਮਾ ਪਹਿਨਾਇਆ ਵੀ ਵਾਕਿਆ ਹੀ ਮਹਾਰਾਜ ਦਾ ਜਿਹੜਾ ਬਚਨ, ਉਹਨਾਂ ਨੇ ਗਰੀਬ ਲਿਤਾੜੇ ਲੋਕ, ਉਹਨਾਂ ਨੂੰ ਫਿਰ ਆਪਣੇ ਹਕੂਮਤ ਦੇ ਵਿੱਚ ਉੱਚ ਅਹੁਦਿਆਂ 'ਤੇ ਵੀ ਨਵਾਜਣਾ ਕੀਤਾ। ਇਸ ਤੋਂ ਬਾਅਦ ਉਹਨਾਂ ਨੇ ਫਿਰ ਜਿਹੜੇ ਸੀ ਨਾ ਜੀ ਜ਼ਿਮੀਂਦਾਰਾ ਪ੍ਰਬੰਧ, ਇਹਦੇ 'ਚ ਬੜਾ ਵੱਡਾ ਸੁਧਾਰ ਲਿਆਂਦਾ, ਕਿਉਂਕਿ ਜ਼ਿਮੀਂਦਾਰਾ ਪ੍ਰਬੰਧ ਜਿਹੜਾ ਸੀ, ਇਹਦੇ ਵਿੱਚ ਜਗੀਰਦਾਰ ਜਿਹੜੇ ਲੋਕ ਸਨ, ਜਗੀਰਦਾਰ ਲੋਕ ਕਾਸ਼ਤ ਕਰਨ ਵਾਲਿਆਂ ਨੂੰ, ਖੇਤੀ ਕਰਨ ਵਾਲਿਆਂ ਨੂੰ ਆਪਣੇ ਅਧੀਨ ਬਣਾ ਕੇ ਉਹਨਾਂ ਦਾ ਜ਼ਿਮੀਂਦਾਰਾ ਜਿਹੜਾ ਸੀ ਉਹਨੂੰ ਖੋਹ ਲਿਆ ਜਾਂਦਾ ਸੀ। ਭਾਵ ਕਿ ਜਿਹੜੀ ਮਿਹਨਤ ਕੋਈ ਕਰਦਾ ਤੇ ਜਗੀਰਦਾਰ ਜਿਹੜੇ ਸਨ, ਉਹ ਆਪਣੀ ਹਕੂਮਤ, ਆਪਣੀ ਤਾਕਤ ਦੇ ਨਾਲ ਉਹਨਾਂ ਦਾ ਸਾਰਾ ਕੁਝ ਜਿਹੜਾ ਸੀ ਉਹ ਸਮੇਟ ਲੈਂਦੇ ਸਨ। ਮਿਹਨਤ ਕੋਈ ਕਰਦਾ, ਉਹਦਾ ਫਲ ਜਿਹੜਾ ਸੀ ਕੋਈ ਲੈਂਦਾ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਕਾਸ਼ਤਕਾਰ ਜ਼ਿਮੀਂਦਾਰ ਜਿਹੜੇ, ਇਹਨਾਂ ਨੂੰ ਫਿਰ ਉੱਚੇ ਉਠਾਇਆ, ਇਹਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ, ਇਹਨਾਂ ਦੇ ਹੱਕ ਇਹਨਾਂ ਨੂੰ ਦਿਵਾਏ, ਹੱਕ ਦਵਾ ਕੇ ਜ਼ਿਮੀਂਦਾਰਾ ਪ੍ਰਬੰਧ ਵਿੱਚ ਵੀ ਸੁਧਾਰ ਕੀਤਾ। ਬਹਾਦਰ ਸ਼ਾਹ ਦੇ ਨਾਲ ਵੀ ਮੁਕਾਬਲਾ ਹੋਇਆ। ਬਹਾਦਰ ਸ਼ਾਹ ਬਹੁਤ ਸਾਰੀ ਫੌਜ ਲੈ ਕੇ ਆਇਆ ਸੀ। ਬਹਾਦਰ ਸ਼ਾਹ ਨੇ ਜਦੋਂ ਫੌਜ ਲੈ ਕੇ ਹਮਲਾ ਕੀਤਾ, ਉਦੋਂ ਸਿੱਖ ਫੌਜ ਥੋੜ੍ਹੀ ਪਿੱਛੇ ਹਟੀ ਅਤੇ ਪਹਾੜਾਂ ਨੂੰ ਚਲੇ ਜਾਂਦੀ। ਪਹਾੜਾਂ ਨੂੰ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਭੀਮ ਚੰਦ ਨੂੰ ਸੋਧਿਆ, ਜਿਹੜਾ ਕਿ ਕਿਤੇ ਗੁਰੂ ਗੋਬਿੰਦ ਸਿੰਘ ਦਾ ਸੇਵਕ ਬਣ ਕੇ ਆਉਂਦਾ ਸੀ, ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਦੁਸ਼ਮਣ ਬਣ ਕੇ ਮੁਗਲ ਫੌਜਾਂ ਦੇ ਨਾਲ ਰਲ ਕੇ ਮਹਾਰਾਜ 'ਤੇ ਹਮਲੇ ਕਰਦਾ ਰਿਹਾ। ਉਸ ਪਹਾੜੀ ਰਾਜਿਆਂ ਦੇ ਵਿੱਚ ਉਸ ਭੀਮ ਸ਼ਾਹ ਨੂੰ ਸੋਧਿਆ। ਮੁਗਲ ਸਮਰਾਟ ਦੀ ਜਿਹੜਾ ਸੀ ਨਾ ਬਹਾਦਰ ਸ਼ਾਹ, ਇਹ 18 ਫਰਵਰੀ ਜਿਹੜਾ ਸੀ 1712 ਨੂੰ ਲਾਹੌਰ ਦੇ ਵਿੱਚ ਇਹਦੀ ਮੌਤ ਹੋ ਜਾਂਦੀ। ਮੌਤ ਤੋਂ ਬਾਅਦ ਫਿਰ ਬਾਬਾ ਜੀਆਂ ਨੂੰ ਸਮਾਂ ਮਿਲਦਾ, ਆਪਣੀ ਜਿਹੜੀ ਜਥੇਬੰਦਕ ਆਪਣਾ ਢਾਂਚਾ ਸੀ ਉਹਨੂੰ ਫਿਰ ਸੰਗਠਿਤ ਕੀਤਾ, ਆਪਣੀ ਸ਼ਕਤੀ ਨੂੰ ਸੰਗਠਿਤ ਕੀਤਾ ਹੈ। ਸੰਗਠਿਤ ਕਰਕੇ ਫਿਰ ਹੋਰ ਬਹੁਤ ਸਾਰੇ ਇਹਨਾਂ ਨੇ ਕਬਜ਼ੇ ਜਿਹੜੇ ਸਨ, ਹੋਰ ਬਹੁਤ ਸਾਰੀਆਂ ਜਿੱਤਾਂ ਜਿਹੜੀਆਂ ਉਹ ਪ੍ਰਾਪਤ ਕੀਤੀਆਂ। ਇਸ ਤਰ੍ਹਾਂ ਸਾਧ ਸੰਗਤ ਜੀ 1715 ਦੇ ਵਿੱਚ ਮਾਰਚ ਉਹਨਾਂ ਨੇ ਕਲਾਨੌਰ ਬਟਾਲੇ 'ਤੇ ਕਬਜ਼ਾ ਕਰ ਲਿਆ। ਗੁਰਦਾਸ ਨੰਗਲ ਦੀ ਗੜੀ ਦਾ ਜ਼ਿਕਰ ਜਦੋਂ ਆਉਂਦਾ ਹੈ, ਇੱਥੇ ਅਪ੍ਰੈਲ 1715 ਈਸਵੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਆਪਣੇ ਸਿੱਖਾਂ ਆਪਣੇ ਜਿਹੜੇ ਉਹਨਾਂ ਦੇ ਨਾਲ ਫਿਰ ਗੁਰਦਾਸ ਨੰਗਲ ਦੀ ਗੜੀ ਨੂੰ ਜਦੋਂ ਘੇਰਾ ਪੈ ਜਾਂਦਾ ਤੇ 7-8 ਮਹੀਨੇ ਘੇਰਾ ਪਿਆ ਰਹਿੰਦਾ ਹੈ। 7-8 ਮਹੀਨੇ ਦੇ ਘੇਰੇ ਦੇ ਵਿੱਚ ਭੁੱਖੇ ਪਿਆਸੇ ਸਿੱਖ, ਜਿਨ੍ਹਾਂ ਦੀ ਰਸਤ ਪਾਣੀ ਬੰਦ ਹੋ ਜਾਂਦੀ, ਉਹਨਾਂ ਨੂੰ ਕਿਸੇ ਨੂੰ ਘੋੜੇ ਦਾ ਮਾਸ ਖਾ ਕੇ ਗੁਜ਼ਾਰਾ ਕਰਨਾ ਪਿਆ, ਕਿਸੇ ਨੂੰ ਦਰਖਤਾਂ ਦੇ ਪੱਤੇ ਖਾ ਕੇ ਗੁਜ਼ਾਰਾ ਕਰਨਾ ਪਿਆ, ਕੋਈ ਕਿਸ ਤਰ੍ਹਾਂ ਦੇ ਨਾਲ ਗੁਜ਼ਾਰਾ ਕਰਦਾ। 7-8 ਮਹੀਨੇ ਦਾ ਬੜਾ ਸੰਤਾਪ ਹੋ ਗਿਆ, ਪਰ ਦ੍ਰਿੜ ਰਹੇ, ਮਹਾਰਾਜ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰਕੇ ਦ੍ਰਿੜ ਰਹੇ। ਸਾਧ ਸੰਗਤ ਜੀ ਫਿਰ ਇਸ ਤਰ੍ਹਾਂ ਦੇ ਨਾਲ ਹੋਇਆ, ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਸਾਥੀ ਜਿਹੜੇ ਸਨ, ਉਹਨਾਂ ਨੂੰ 200 ਲਗਭਗ ਸਾਥੀ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨੰਗਲ ਦੀ ਗੜੀ ਦੇ ਵਿੱਚੋਂ ਗ੍ਰਿਫਤਾਰ ਕਰਕੇ ਲਾਹੌਰ ਲਿਆਂਦਾ ਜਾਂਦਾ। ਪਹਿਲਾਂ ਲਾਹੌਰ ਲਿਆ ਕੇ ਉਦੋਂ ਮੁਗਲ ਹਕੂਮਤ ਜਿਹੜੀ ਸੀ, ਇਸ ਤਰ੍ਹਾਂ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰਕੇ ਗਲੀਆਂ ਦੇ ਵਿੱਚ ਤੇ ਲੈ ਕੇ ਜਾਂਦੇ ਨੇ, ਜਲੂਸ ਦੇ ਰੂਪ ਵਿੱਚ ਲੈ ਕੇ ਜਾਂਦੇ ਵੀ ਇਹਨਾਂ ਨੂੰ ਨਮੋਸ਼ੀ ਮਿਲੇ। ਪਰ ਇਹ ਜਿਹੜੇ ਸੂਰਬੀਰ ਸਨ, ਇਹਨਾਂ ਦੇ ਮੁਖ 'ਤੇ ਨਾ ਉਦਾਸੀ ਨਾ ਮੌਤ ਦਾ ਭੈ, ਬਸ ਮੁਖੜੇ ਖਿੜੇ ਨੇ ਤੇ ਮੁਖ ਵਿੱਚੋਂ ਇੱਕੋ ਹੀ ਸ਼ਬਦ ਨਿਕਲਦਾ, ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ। ਲਾਹੌਰ ਤੋਂ ਚੱਲਦੇ ਚੱਲਦੇ ਸਾਧ ਸੰਗਤ ਜੀ ਬਾਬਾ ਬੰਦਾ ਸਿੰਘ ਬਹਾਦਰ ਦੇ ਹੋਰ ਜਿਹੜੇ ਜਿੱਥੇ ਕੋਈ ਸਿੱਖ ਦਿਸਦਾ ਸੀ, ਉਹ ਸਿੱਖ ਨੂੰ ਜਿਹੜਾ ਸੀ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਇਹ ਕਾਫਲਾ 700 ਦਾ ਹੋ ਜਾਂਦਾ ਹੈ।
200 ਜਿਹੜਾ ਸਾਥੀ ਗ੍ਰਿਫਤਾਰ ਹੁੰਦਾ, 700 ਦਾ ਕਾਫਲਾ ਹੋ ਜਾਂਦਾ ਹੈ। ਇਹਨਾਂ ਨੂੰ ਲਾਹੌਰ ਤੋਂ ਦਿੱਲੀ ਲੈ ਕੇ ਜਾਇਆ ਜਾਂਦਾ ਹੈ। ਦਿੱਲੀ ਦੇ ਵਿੱਚ ਜਦੋਂ ਲੈ ਕੇ ਜਾਇਆ ਜਾਂਦਾ ਹੈ ਤੇ ਦਿੱਲੀ ਦੇ ਵਿੱਚ ਕੀ ਹੁੰਦਾ ਜੀ, ਇਬਰਾਹਿਮ ਉਦੀਨ ਮੀਰ ਆਤਸ਼ ਦੇ ਹਵਾਲੇ ਕਰ ਦਿੱਤਾ ਜਾਂਦਾ ਇਹਨਾਂ ਨੂੰ। ਉੱਥੇ ਉਹਨਾਂ ਦੀ ਜਿਹੜੀ ਜਿੱਥੇ ਜਗ੍ਹਾ ਜਿੱਥੇ ਕੈਦ ਕੀਤਾ ਜਾਂਦਾ ਬਾਬਾ ਜੀਆਂ ਨੂੰ, ਕੋਠੜੀ ਦੇ ਵਿੱਚ ਉਹਨਾਂ ਦੇ ਸਾਥੀ ਜਿਹੜੇ ਉਹਨਾਂ ਨੂੰ ਕੈਦ ਕੀਤਾ ਜਾਂਦਾ ਹੈ। ਇਹ ਸਿਲਸਿਲਾ ਜਿਹੜਾ ਸੀ 4 ਮਾਰਚ ਤੋਂ ਬਾਅਦ ਨਾ ਸਾਧ ਸੰਗਤ ਜੀ ਅੱਗੇ ਵੱਧਦਾ ਜਾਂਦਾ ਤੇ ਜੂਨ ਦਾ ਮਹੀਨਾ ਇਹ ਦਿਨ ਆ ਜਾਂਦੇ ਜਿਹੜਾ ਅੱਜ ਦਿਨ ਆਪਾਂ ਮਨਾ ਰਹੇ। ਉਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਥੀ 100 ਸਾਥੀ ਨੂੰ ਜਿਹੜਾ ਜੀ ਉਹ ਕਤਲ ਕਰਨਾ ਸ਼ੁਰੂ ਕਰ ਦਿੱਤਾ ਵੀ ਉਹਨਾਂ ਤੇ ਬਹੁਤ ਤਸ਼ੱਦਦ ਕਰਕੇ, ਬਹੁਤ ਉਹਨਾਂ ਤੇ ਜ਼ੁਲਮ ਕਰਕੇ ਉਹਨਾਂ ਨੂੰ ਸ਼ਹੀਦ ਕਰਨ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ। ਉਸ ਵੇਲੇ ਮੁਗਲ ਹਕੂਮਤ ਦਾ ਜਿਹੜਾ ਸਮਰਾਟ ਸੀ ਉਹ ਫਰੱਖਸ਼ੀਅਰ ਸੀ। ਫਰੱਖਸ਼ੀਅਰ ਦੇ ਸਾਹਮਣੇ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਹੈ ਕਾਫਲਾ, ਉਹਨਾਂ 'ਚੋਂ 100 ਸਿੱਖ ਜਿਹੜਾ ਉਹਨੂੰ ਸ਼ਹੀਦ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਜਦੋਂ ਸ਼ਹਾਦਤ ਦਾ ਜਾਮ ਪਿਆ ਜਾਂਦਾ ਤੇ ਉਹਨਾਂ ਨੂੰ ਇਹ ਈਨ ਮਨਾਉਣ ਵਾਸਤੇ ਕਿਹਾ ਜਾਂਦਾ ਹੈ ਕਿ ਸਿੱਖ ਧਰਮ ਨੂੰ ਛੱਡ ਕੇ ਮੁਸਲਿਮ ਧਰਮ ਨੂੰ ਅਪਣਾ ਲਓ, ਤੁਹਾਡੀ ਜਾਨ ਬਖਸ਼ ਦਿੱਤੀ ਜਾਵੇਗੀ। ਪਰ ਕੋਈ ਐਸਾ ਸਿੱਖ ਨਹੀਂ ਸੀ ਜਿਹੜਾ ਕਹਿੰਦਾ ਸੀ ਵੀ ਮੈਂ ਆਪਣਾ ਧਰਮ ਛੱਡ ਕੇ ਮੈਂ ਮੁਸਲਿਮ ਧਰਮ ਨੂੰ ਗ੍ਰਹਿਣ ਕਰਨਾ ਚਾਹੁੰਦਾ। ਕਿਸੇ ਨੇ ਹਾਮੀ ਨਾ ਭਰੀ। ਸ਼ਹਾਦਤ ਦਾ ਜਾਮ ਹੱਸਦਿਆਂ ਪੀਂਦੇ ਜਾ ਰਹੇ ਨੇ। ਇੱਕ ਘਟਨਾ ਐਸੀ ਆਉਂਦੀ ਵੀ ਇੱਕ ਮਾਤਾ ਨੇ ਆਪਣੇ ਨੌਜਵਾਨ ਪੁੱਤ ਜਿਹੜਾ ਗ੍ਰਿਫਤਾਰ ਹੋ ਗਿਆ ਸੀ ਉਹਦੇ ਵਾਸਤੇ ਤਰਲਾ ਕੀਤਾ ਸੀ ਆਣ ਕੇ ਕੋਤਵਾਲੀ ਵਿੱਚ ਵੀ ਮੇਰਾ ਪੁੱਤ ਸਿੱਖ ਨਹੀਂ ਹੈ, ਇਹ ਗਲਤੀ ਦੇ ਨਾਲ ਫੜਿਆ ਗਿਆ ਹੈ। ਜਦੋਂ ਉਹ ਕੋਤਵਾਲ ਇਸ ਗੱਲ 'ਤੇ ਖੁਸ਼ ਹੋਇਆ ਸੀ ਵੀ ਕੋਈ ਤੇ ਹੈ ਜਿਹੜਾ ਅੱਜ ਕਹੇਗਾ ਵੀ ਮੈਂ ਸਿੱਖ ਨਹੀਂ। ਜਦੋਂ ਉਸ ਮਾਂ ਨੇ ਕਿਹਾ ਵੀ ਮੇਰਾ ਪੁੱਤ ਬੇਕਸੂਰ, ਇਹਨੂੰ ਛੱਡ ਦਿੱਤਾ ਜਾਵੇ, ਉਸ ਨੌਜਵਾਨ ਨੇ ਅੱਗੋਂ ਜਵਾਬ ਦਿੱਤਾ ਸੀ, ਕਿਹਾ ਸੀ ਤੇਰੀ ਜਾਨ ਬਖਸ਼ ਦਿੱਤੀ ਜਾਂਦੀ ਹੈ। ਤੇਰੀ ਮਾਂ ਫਰਿਆਦ ਕਰਦੀ ਵੀ ਤੂੰ ਸਿੱਖ ਨਹੀਂ, ਤੂੰ ਇੱਕ ਵਾਰ ਇਹ ਗੱਲ ਕਹਿ ਦੇ ਵੀ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਨਹੀਂ, ਮੇਰੀ ਜਾਨ ਬਖਸ਼ ਦਿੱਤੀ ਜਾਵੇ। ਉਹ ਨੌਜਵਾਨ ਸਿੱਖ ਨੇ ਅੱਗੋਂ ਕਿਹਾ, ਕਹਿੰਦਾ ਨਹੀਂ, ਮੇਰੀ ਮਾਂ ਝੂਠ ਬੋਲਦੀ ਹੈ, ਮੈਂ ਧੰਨ ਗੁਰੂ ਗੋਬਿੰਦ ਸਿੰਘ ਦਾ ਸਿੱਖ ਹਾਂ ਤੇ ਮੈਂ ਸ਼ਹਾਦਤ ਦਾ ਜਾਮ ਪੀਣ ਵਾਸਤੇ ਆਇਆ ਤੇ ਮੈਂ ਸ਼ਹੀਦੀ ਜਿਹੜਾ ਕਾਫਲਾ ਉਹਦੇ ਵਿੱਚ ਰਲਣ ਵਾਸਤੇ ਆਇਆ। ਮਾਂ ਤਰਲੇ ਰਹਿੰਦੀ ਰਹੀ। ਉਹ ਸਿੱਖ ਨੌਜਵਾਨ ਸੀ, ਭੱਜ ਕੇ ਉਸ ਜਗ੍ਹਾ 'ਤੇ ਚਲਿਆ ਗਿਆ ਜਿੱਥੇ ਸਿੱਖਾਂ ਨੂੰ ਸ਼ਹੀਦ ਕੀਤਾ ਜਾ ਰਿਹਾ। ਤੇ ਉਸ ਵੇਲੇ ਜਲਾਦ ਉਹਨੇ ਆਪਣਾ ਜਿਹੜਾ ਸੀ ਸਿਰ ਉਸ ਥਾਂ 'ਤੇ ਰੱਖ ਦਿੱਤਾ ਜਿੱਥੇ ਸਿੱਖਾਂ ਨੂੰ ਸ਼ਹੀਦ ਕੀਤਾ ਜਾ ਰਿਹਾ। ਤੇ ਉਸ ਬੱਚੇ ਨੇ, ਨੌਜਵਾਨ 17-18 ਸਾਲ ਦੀ ਉਮਰ ਦਾ ਨੌਜਵਾਨ, ਉਹਨੇ ਆਪਣੀ ਮਾਂ ਨੂੰ ਕਿਹਾ, ਮਾਂ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਹਾਂ, ਸਿੱਖ ਸੀ ਔਰ ਗੁਰੂ ਗੋਬਿੰਦ ਸਿੰਘ ਦਾ ਸਿੱਖ ਰਵਾਂਗਾ। ਤੇ ਆਪਣਾ ਸ਼ਹਾਦਤ ਦਾ ਜਾਮ ਉਹ ਬੱਚਾ ਵੀ ਪੀ ਜਾਂਦਾ। ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦਾ ਦਿਨ ਆਉਂਦਾ, 9 ਜੂਨ ਦਾ ਦਿਨ ਸ਼ੁਰੂ ਹੋ ਜਾਂਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਨੂੰ ਉਹ ਕੋਠੜੀ ਜਿੱਥੇ ਪੁੱਠੇ ਲਮਕਾਇਆ ਜਾਂਦਾ ਸੀ, ਕਦੇ ਉਹਨਾਂ ਨੂੰ ਬੰਨ੍ਹਿਆ ਜਾਂਦਾ ਸੀ, ਪੁੱਠੇ ਲਮਕਾ ਕੇ ਉਹਨਾਂ ਨੂੰ ਤਸੀਹੇ ਦਿੱਤੇ ਜਾ ਰਹੇ ਸਨ। ਉਹਨਾਂ ਦਾ ਇੱਕ ਛੋਟਾ ਬੱਚਾ ਸੀ 4 ਸਾਲ ਦਾ, ਬਾਬਾ ਅਜੈ ਸਿੰਘ। ਬਾਬਾ ਅਜੈ ਸਿੰਘ ਨੂੰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਸ਼ਹੀਦ ਕੀਤਾ ਜਾਂਦਾ ਹੈ, ਇਹ ਵੀ ਇੱਕ ਐਸਾ ਸਿਲਸਿਲਾ ਸੀ ਵੀ ਇਹ ਆਪਣੇ ਈਨ ਤੋਂ ਡੋਲ ਜਾਣ, ਆਪਣੇ ਧਰਮ ਤੋਂ ਡੋਲ ਜਾਣ। ਹੋ ਸਕਦਾ ਵੀ ਆਪਣੇ ਬੱਚੇ ਦੀ ਮੌਤ ਵੇਖ ਕੇ ਡੋਲ ਜਾਵੇਗਾ, ਪਰ ਬਾਬਾ ਬੰਦਾ ਸਿੰਘ ਬਹਾਦਰ ਅਡੋਲ ਬੈਠੇ ਰਹੇ। ਉਹਨਾਂ ਨੂੰ ਬੜੇ ਗਰਮ ਜਮੂਰਾਂ ਦੇ ਨਾਲ ਉਹਨਾਂ ਦਾ ਮਾਸ ਨੋਚਿਆ ਜਾ ਰਿਹਾ ਹੈ, ਉਹਨਾਂ ਦੀ ਮਾਸ ਨੂੰ ਨੋਚਿਆ ਜਾਂਦਾ ਹੈ, ਗਰਮ ਜਮੂਰਾਂ ਲਾਈਆਂ ਜਾਂਦੀਆਂ, ਅੱਖਾਂ ਵਿੱਚ ਸਲਾਈਆਂ ਗਰਮ ਕਰ ਕਰਕੇ ਅੱਖਾਂ ਵਿੱਚ ਤੁੰਨੀਆਂ ਜਾ ਰਹੀਆਂ ਨੇ। ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਜਦੋਂ 4 ਸਾਲ ਦਾ ਉਹਨਾਂ ਦਾ ਛੋਟਾ ਜਿਹਾ ਬੱਚਾ ਬਾਬਾ ਅਜੈ ਸਿੰਘ ਸ਼ਹੀਦ ਕੀਤਾ ਜਾਂਦਾ, ਉਹਨੂੰ ਨੇਜੇ 'ਤੇ ਟੰਗਿਆ ਜਾਂਦਾ। ਫਿਰ ਉਹਦੀ ਛੁਰਾ ਮਾਰ ਕੇ ਨਾ ਜੀ ਜਿਹੜੀ ਛਾਤੀ ਪਾੜ ਲਈ ਜਾਂਦੀ, ਇੱਥੋਂ ਦਿਲ ਕੱਢ ਲਿਆ ਜਾਂਦਾ ਹੈ। ਦਿਲ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਜ਼ਬਰਦਸਤੀ ਤੁੰਨਿਆ ਜਾਂਦਾ ਹੈ। ਉਹਨਾਂ ਦੇ ਮੂੰਹ ਦੇ ਵਿੱਚ ਉਹਨਾਂ ਦੇ ਛੋਟੇ ਜਿਹੇ ਪੁੱਤ ਦਾ 4 ਸਾਲ ਦਾ ਬੱਚਾ, ਉਹਦਾ ਜਿਗਰ ਕੱਢ ਕੇ, ਦਿਲ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਤੁੰਨਿਆ ਜਾਂਦਾ ਵੀ ਅਜੇ ਵੀ ਸਮਾਂ ਹੈ ਕਿ ਸਿੱਖ ਧਰਮ ਨੂੰ ਛੱਡ ਕੇ ਮੁਸਲਿਮ ਧਰਮ ਨੂੰ ਅਪਣਾ ਲਓ, ਈਨ ਮੰਨ ਲਓ। ਪਰ ਬਾਬਾ ਬੰਦਾ ਸਿੰਘ ਬਹਾਦਰ ਅਡੋਲ ਰਹੇ। ਫਿਰ ਫਰੱਖਸ਼ੀਅਰ ਪੁੱਛਦਾ ਏ, ਤੈਨੂੰ ਕਿੱਦਾਂ ਦੀ ਮੌਤ ਦਿੱਤੀ ਜਾਵੇ? ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਜਵਾਬ, ਫਰੱਖਸ਼ੀਅਰ ਜਿਹੋ ਜੀ ਮੌਤ ਤੂੰ ਆਪਣੀ ਚਾਹੁੰਦਾ ਉੱਦਾਂ ਦੀ ਮੌਤ ਮੈਨੂੰ ਦੇ ਦੇ। ਜਿਹੋ ਜੀ ਮੌਤ ਤੂੰ ਆਪਣੀ ਚਾਹੁੰਦਾ ਉੱਦਾਂ ਦੀ ਮੌਤ ਮੈਨੂੰ ਦਿੱਤੀ ਜਾਵੇ।
ਫਰਕਸ਼ੀਅਰ ਇਸ ਗੱਲ 'ਤੇ ਬੜਾ ਗੁੱਸੇ ਹੋਇਆ। ਉਹਨੇ ਕੀ ਕੀਤਾ ਜੀ, ਉਹਨੇ ਜਿਹੜਾ ਸੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹਾਦਤ ਕਰਨ ਵਾਸਤੇ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ, ਗਰਮ ਜਮੂਰਾਂ ਦੇ ਨਾਲ ਮਾਸ ਨੋਚਿਆ ਗਿਆ, ਗਰਮ ਸੀਖਾਂ ਕਰਕੇ ਉਹਨਾਂ ਦੇ ਛਾਤੀ ਵਿੱਚ ਲੰਘਾਈਆਂ ਜਾਂਦੀਆਂ ਨੇ, ਉਹਨਾਂ ਦਾ ਹੱਥ ਜਿਹੜਾ ਸੀ ਹੱਥ ਕੱਢ ਦਿੱਤੇ ਜਾਂਦੇ ਨੇ, ਜੀਭ ਕੱਢ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਉਹਨਾਂ ਦੇ ਪੈਰ ਟੁਕੜੇ ਟੁਕੜੇ ਉਹਨਾਂ ਦੇ ਸਰੀਰ ਦੇ ਕੀਤੇ ਜਾਂਦੇ ਵੀ ਕਿਤੇ ਨਾ ਕਿਤੇ ਜਾ ਕੇ ਇਹ ਈਨ ਮੰਨ ਲਵੇ। ਪਰ ਉਹ ਮਹਾਨ ਯੋਧਾ, ਮਹਾਨ ਸੈਨਾਪਤੀ, ਮਹਾਨ ਜਰਨੈਲ ਗੁਰਮਤਿ ਦੇ ਮਾਰਗ 'ਤੇ ਚੱਲਦਿਆਂ ਹੋਇਆਂ ਆਪਣਾ ਉਹਨੇ ਇੱਕ ਇੱਕ ਅੰਗ ਘਟਾ ਲਿਆ। ਆਪਣੇ ਸਰੀਰ 'ਤੇ ਇੰਨੇ ਤਸੀਹੇ ਝੱਲ ਰਹੇ, ਪਰ ਉਹ ਗੁਰੂ ਗੋਬਿੰਦ ਸਿੰਘ ਦਾ ਪੁੱਤ ਬਣ ਕੇ, ਗੁਰੂ ਗੋਬਿੰਦ ਸਿੰਘ ਦਾ ਸੇਵਕ ਬਣ ਕੇ ਆਪਣੇ ਅਡੋਲ ਨਿਸ਼ਚੇ 'ਤੇ ਰਿਹਾ। ਅਤੇ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਪੁੱਤਰ ਤੋਂ ਬਾਅਦ ਉਹ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ। ਬਾਬਾ ਬੰਦਾ ਸਿੰਘ ਬਹਾਦਰ ਦੀ ਬਹੁਤ ਵੱਡੀ ਕੁਰਬਾਨੀ ਹੈ, ਜਿਨ੍ਹਾਂ ਨੇ ਇਕੱਲੇ ਉਹ ਜੰਗਜੂ ਨਹੀਂ ਹੈ। ਪਹਿਲਾਂ ਮੈਂ ਬੇਨਤੀ ਕੀ, ਉਹ ਜੰਗਜੂ ਨਹੀਂ ਇਕੱਲੇ ਜੰਗ ਦੇ ਮੈਦਾਨ ਵਿੱਚ ਲੜਨ ਵਾਲੇ ਨਹੀਂ, ਸਮਾਜ ਸੁਧਾਰਕ ਵੀ ਸਨ। ਗਰੀਬਾਂ ਨੂੰ, ਲਿਤਾੜੇ ਲੋਕਾਂ ਨੂੰ ਉੱਚ ਅਹੁਦਿਆਂ 'ਤੇ ਬਿਠਾਇਆ। ਕਾਸ਼ਤਕਾਰ ਲੋਕ, ਜ਼ਿਮੀਂਦਾਰਾ ਜਿਹੜਾ ਸੀ ਸਾਡਾ ਖਤਮ ਹੁੰਦਾ ਜਾਂਦਾ ਸੀ, ਉਹਨੂੰ ਉਹਨਾਂ ਨੇ ਆਬਾਦ ਕੀਤਾ। ਜਿਹੜਾ ਜਗੀਰਦਾਰੀ ਢਾਂਚਾ ਸੀ ਉਹਨੂੰ ਖਤਮ ਕੀਤਾ। ਉਹਨਾਂ ਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ, ਜ਼ਮੀਨਾਂ ਦੇ ਹੱਕਦਾਰ ਬਣਾਇਆ, ਇਸ ਭੂਮੀ ਦੇ ਹੱਕਦਾਰ, ਪਾਣੀਆਂ ਦੇ ਹੱਕਦਾਰ ਬਣਾਇਆ ਬਾਬਾ ਬੰਦਾ ਸਿੰਘ ਬਹਾਦਰ ਨੇ। ਉਹਨਾਂ ਦੀ ਸ਼ਹਾਦਤ ਦਾ ਦਿਹਾੜਾ ਅੱਜ, ਉਹਨਾਂ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ। ਸਤਿਗੁਰੂ ਕਿਰਪਾ ਕਰਨ। ਉਹਨਾਂ ਦੀ ਸ਼ਹਾਦਤ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜੀਵਨ ਵਿੱਚ ਕਿਸ ਤਰ੍ਹਾਂ ਦਾ ਵੀ ਸਮਾਂ ਆ ਸਕਦਾ, ਪਰ ਗੁਰਮੁਖੋ ਯਾਦ ਰੱਖਣਾ, ਗੁਰੂ ਗੋਬਿੰਦ ਸਿੰਘ ਦੇ ਪੁੱਤ ਹਾਂ, ਗੁਰੂ ਗੋਬਿੰਦ ਸਿੰਘ ਦੇ ਪੁੱਤਰ ਧੀਆਂ ਬਣ ਕੇ ਰਿਓ। ਉਹਨਾਂ ਦੇ ਜੀਵਨ ਤੋਂ ਸਿੱਖਿਆ ਮਿਲਦੀ, ਕਿਤੇ ਦੁੱਖ ਵੀ ਆ ਜਾਣ, ਆਪਣੇ ਜੀਵਨ ਦੇ ਵਿੱਚੋਂ ਆਪਣੀ ਗੁਰਮਤਿ ਸਿੱਖਿਆ, ਦ੍ਰਿੜ ਨਿਸ਼ਚੇ ਨੂੰ ਕਦੇ ਤਲਾਂਜਨੀ ਨਹੀਂ ਦੇਣੀ। ਗੁਰਮਤਿ ਦੇ ਧਾਰਨੀ ਬਣ ਕੇ ਰਹਿਣਾ, ਅਡੋਲ ਨਿਸ਼ਚਾ ਆਪਣੇ ਗੁਰੂ ਤੇ ਗੁਰਬਾਣੀ ਤੇ ਬਣਾ ਕੇ ਰੱਖਣਾ ਕਿ ਸਾਡਾ ਜੀਵਨ ਸਵਰ ਜਾਵੇ। ਇਹ ਜੀਵਨ ਵਾਰ-ਵਾਰ ਨਹੀਂ ਮਿਲਦਾ, ਜੀਵਨ ਇੱਕ ਵਾਰ ਮਿਲਿਆ। ਗੁਰੂ ਕਿਰਪਾ ਕਰੇ ਸਾਡਾ ਜੀਵਨ ਵੀ ਸਫਲਾ ਹੋ ਜਾਵੇ। ਉਹਨਾਂ ਮਹਾਨ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ। ਬਾਬਾ ਬੰਦਾ ਸਿੰਘ ਬਹਾਦਰ, ਉਹਨਾਂ ਦੇ ਛੋਟੇ ਜਿਹੇ ਪੁੱਤਰ 4 ਸਾਲ ਦੀ ਉਮਰ ਬਾਬਾ ਅਜੈ ਸਿੰਘ, ਉਹਨਾਂ ਦੇ ਨਾਲ 700 ਸਾਥੀ ਜਿਹੜਾ ਸ਼ਹੀਦ ਹੁੰਦਾ ਹੈ, ਸਾਰਿਆਂ ਨੂੰ ਕੋਟ ਕੋਟ ਪ੍ਰਣਾਮ। ਗੁਰੂ ਕਿਰਪਾ ਕਰੇ ਜੀ ਇਹ ਪਾਵਨ ਇਤਿਹਾਸ ਦਾ ਗੋਝ ਪਾਵ ਸਾਡੇ ਕਲਯੁਗ ਜੀਵਾਂ ਦੇ ਹਿਰਦਿਆਂ 'ਤੇ ਵਸ ਜਾਵੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ ਅੱਗੇ ਤੋਂ ਸਤਿਗੁਰੂ ਸਮਤ ਬਖਸ਼ਣ। ਪਿਆਰ ਸਹਿਤ ਫਤਿਹ ਬੁਲਾਓ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਂ।